ਚਾਣਕੀ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਮੁਗਲ ਸਾਮਰਾਜ ਦੇ ਸ਼ਾਸਕ ਅਕਬਰ ਬਾਰੇ ਚੰਗੀ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਪੜ੍ਹ ਚੁੱਕੇ ਹਾਂ। ਸੋ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਉਹ ਹੈ ਜਹਾਂਗੀਰ ਜੀ, ਕਿਉਂਕਿ ਅਕਬਰ ਤੋਂ ਬਾਅਦ ਉਸ ਦਾ ਪੁੱਤਰ ਜਹਾਂਗੀਰ ਗੱਦੀ ਤੇ ਬੈਠਿਆ, ਜਿਸ ਬਾਰੇ ਅੱਜ ਆਪਾਂ ਗੱਲ ਕਰਾਂਗੇ। ਸੋ ਜਿਹੜਾ ਜਹਾਂਗੀਰ ਦਾ ਸਮਾਂ ਸੀ 1605 ਤੋਂ ਲੈ ਕੇ 1627 ਤੱਕ ਦਾ ਜਿਹੜਾ ਇਸ ਦਾ ਸਮਾਂ ਸੀ ਜੀ ਜਹਾਂਗੀਰ ਦਾ ਸੀ। ਪਿੱਛੇ ਤੁਹਾਡੇ ਯਾਦ ਹੋਵੇ ਅਕਬਰ ਨੇ 1556 ਤੋਂ ਲੈ ਕੇ 1605 ਤੱਕ ਜਿਹੜਾ ਰਾਜ ਕੀਤਾ ਸੀ ਜੀ। ਤੇ ਜਹਾਂਗੀਰ ਦਾ ਪੂਰਾ ਜਿਹੜਾ ਨਾਂ ਸੀ ਨਾਸਰੁਦੀਨ ਮੁਹੰਮਦ ਜਹਾਂਗੀਰ ਗਾਜੀ, ਤੇ ਇਸ ਨੂੰ ਗਾਜੀ ਦੀ ਉਪਾਧੀ ਵੀ ਮਿਲੀ ਹੋਈ ਸੀ, ਤੁਸੀਂ ਯਾਦ ਰੱਖ ਸਕਦੇ ਹੋ ਜੀ, ਗਾਜੀ ਦੀ ਉਪਾਧੀ ਮਿਲੀ ਹੋਈ ਸੀ। ਨਾਸਰੁਦੀਨ ਮੁਹੰਮਦ ਜਹਾਂਗੀਰ ਗਾਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਜੀ। ਜਨਮ ਦੀ ਗੱਲ ਕਰੀਏ, ਜਿਹੜਾ ਜਹਾਂਗੀਰ ਦਾ ਜਨਮ ਸੀ 30 ਅਗਸਤ 1569 ਈਸਵੀ ਨੂੰ ਹੋਇਆ ਜੀ। ਕਦੋਂ ਹੋਇਆ ਜੀ? 30 ਅਗਸਤ 1569 ਈਸਵੀ ਨੂੰ ਜੀ। ਤੇ ਫਤਿਹਪੁਰ ਸੀਕਰੀ ਦੇ ਵਿੱਚ ਆਏ ਸ਼ੇਖ ਸਲੀਮ ਚਿਸ਼ਤੀ ਦੀ ਦਰਗਾਹ ਦੇ ਵਿੱਚ ਅੱਗੇ ਆਪਾਂ ਗੱਲ ਕਰਾਂਗੇ ਜੀ। ਕੁਐਸਚਨ ਨੰਬਰ 2 'ਚ ਦੇਖਦੇ ਹਾਂ, ਅਮੇਰ ਦੇ ਰਾਜਾ ਭਾਰਮਲ ਦੀ ਪੁੱਤਰੀ ਸੀ ਹਰਖਾ ਬਾਈ। ਹਰਖਾ ਬਾਈ ਬਾਰੇ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਕੀਤਾ ਸੀ। ਅਮੇਰ ਦੇ ਰਾਜਾ ਭਾਰਮਲ ਦੀ ਪੁੱਤਰੀ ਸੀ ਹਰਖਾ ਬਾਈ। ਇਸ ਨੂੰ ਜੋਧਾ ਵੀ ਕਿਹਾ ਜਾਂਦਾ ਸੀ, ਜਿਸ ਦੀ ਕੁੱਖੋਂ ਜਹਾਂਗੀਰ ਦਾ ਜਨਮ ਹੋਇਆ ਸੀ। ਤੇ ਇਸ ਦਾ ਇੱਕ ਹੋਰ ਨਾਮ ਮਰੀਅਨ ਉਜ ਜ਼ਮਾਨੀ ਵੀ ਇਸ ਨੂੰ ਕਿਹਾ ਜਾਂਦਾ ਸੀ। ਕਈ ਵਾਰੀ ਪੇਪਰ ਦੇ ਵਿੱਚ ਜਾਂ ਆਪਾਂ ਕਿਤਾਬਾਂ ਦੇਖਦੇ ਹਾਂ ਵੀ ਜਿਹੜੇ ਜਹਾਂਗੀਰ ਦੀ ਮਾਤਾ ਦਾ ਕੀ ਨਾਂ ਸੀ, ਮਰੀਅਨ ਉਜ ਜ਼ਮਾਨੀ, ਤਾਂ ਇੱਥੇ ਉਲਝ ਨਹੀਂ ਜਾਣਾ। ਤੇ ਹਰਖਾ ਬਾਈ ਆਮ ਤੌਰ 'ਤੇ ਮਰੀਅਮ ਉਜ ਜ਼ਮਾਨੀ ਜਿਹੜਾ ਆਮ ਤੌਰ ਤੇ ਲਿਖਿਆ ਜਾਂਦਾ ਜੀ। ਮੂਲ ਨਾਂ ਜਿਹੜਾ ਕੀ ਸੀਗਾ ਜਹਾਂਗੀਰ ਦਾ, ਜਿਹੜਾ ਮੂਲ ਨਾਂ ਸੀ ਉਹ ਸੀ ਸਲੀਮ। ਜਿਹੜਾ ਸਲੀਮ ਕਿੱਥੋਂ ਪਿਆ ਸੀ? ਸ਼ੇਖ ਸਲੀਮ ਚਿਸ਼ਤੀ ਦੇ ਨਾਮ ਤੋਂ ਰੱਖਿਆ ਸੀ, ਕਿਉਂਕਿ ਅਕਬਰ ਜਿਹੜਾ ਉਹ ਸੂਫੀ ਸੰਤਾਂ ਦਾ ਬਹੁਤ ਆਦਰ ਸਤਿਕਾਰ ਕਰਦਾ ਸੀ। ਇਸ ਕਰਕੇ ਉਹ ਆਪਣੇ ਪੁੱਤਰ ਦਾ ਉਸਨੇ ਨਾਂ ਕੀ ਰੱਖਿਆ ਸੀ? ਸਲੀਮ, ਜਿਸ ਨੂੰ ਪਿਆਰ ਨਾਲ ਉਹ ਸੇਖੂ ਬਾਬਾ ਕਹਿ ਕੇ ਬੁਲਾਉਂਦਾ ਹੁੰਦਾ ਜੀ। ਕੀ ਕਹਿ ਕੇ ਬੁਲਾਇਆ ਜਾਂਦਾ ਸੀ ਇਸ ਨੂੰ? ਸੇਖੂ ਬਾਬਾ। ਤਾਂ ਯਾਦ ਰੱਖਣਾ, ਇੱਕ ਖਾਨ ਬਾਬਾ ਦੀ ਗੱਲ ਕੀਤੀ ਸੀ ਆਪਾਂ, ਇੱਥੇ ਕੀ ਆ? ਸੇਖੂ ਬਾਬਾ ਜੀ। ਤਾਂ ਤੁਹਾਨੂੰ ਉਹ ਵੀ ਪਤਾ ਹੋਣਾ ਚਾਹੀਦਾ ਖਾਨ ਬਾਬਾ ਦੀ ਉਪਾਧੀ ਕਿਸ ਨੂੰ ਮਿਲੀ ਹੋਈ ਸੀ ਜੀ? ਹਾਂਜੀ, ਵੈਰਮ ਖਾਨ ਨੂੰ ਜੀ। ਕੁਐਸਚਨ ਨੰਬਰ 4 ਦੇਖਦੇ ਹਾਂ, ਜਨਮ ਸਥਾਨ। ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਜਿਹੜਾ ਜਹਾਂਗੀਰ ਦਾ ਜਨਮ ਸਥਾਨ ਆ ਫਤਿਹਪੁਰ ਸੀਕਰੀ ਦੇ ਵਿੱਚ ਜਨਮ ਹੋਇਆ ਸੀ ਸ਼ੇਖ ਸਲੀਮ ਚਿਸ਼ਤੀ ਦੀ ਦਰਗਾਹ ਦੇ ਵਿੱਚ ਜੀ। ਸ਼ੇਖ ਸਲੀਮ ਚਿਸ਼ਤੀ ਦੀ ਦਰਗਾਹ ਦੇ ਵਿੱਚ ਜਿਹੜਾ ਜਹਾਂਗੀਰ ਦਾ ਜਨਮ ਹੋਇਆ ਸੀ ਜੀ। ਸਿੱਖਿਆ, ਜਿਹੜਾ ਜਹਾਂਗੀਰ ਨੂੰ ਜਿਹੜੀ ਸਿੱਖਿਆ ਦਾ ਪ੍ਰਬੰਧ ਕਿਸ ਦੁਆਰਾ ਕੀਤਾ ਗਿਆ ਜੀ? ਵੈਰਮ ਖਾਂ ਦੁਆਰਾ ਜੀ। ਕਿਸ ਦੁਆਰਾ ਕੀਤਾ ਗਿਆ? ਵੈਰਮ ਖਾਂ ਦੁਆਰਾ ਇਸ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ ਜੀ। ਵੈਰਮ ਖਾਂ, ਜਿਸ ਦੀ ਹੱਤਿਆ ਬਹਾਰ ਖਾਨ ਲਵਾਨੀ ਦੁਆਰਾ ਕੀਤੀ ਗਈ ਸੀ ਜੀ, ਮੱਕਾ ਜਾਂਦੇ ਹੋਏ ਪਾਟਨ ਦੇ ਨੇੜੇ ਜੀ। ਉਸ ਨੂੰ ਇਸ ਦਾ ਜਿਹੜੀ ਉਸਨੇ ਸਿੱਖਿਆ ਦੇਣ ਦਾ ਕੰਮ ਹੈ ਜਿਹੜਾ ਜਹਾਂਗੀਰ ਨੂੰ ਕੀਤਾ ਸੀ ਜੀ। ਕੁਐਸਚਨ ਨੰਬਰ 6 ਤੇ ਦੇਖਦੇ ਹਾਂ, ਜਹਾਂਗੀਰ ਦਾ ਜਿਹੜਾ ਪਹਿਲਾ ਵਿਆਹ ਅਮੇਰ ਦੇ ਰਾਜਾ ਭਗਵਾਨ ਦਾਸ ਦੀ ਪੁੱਤਰੀ ਸੀ ਜੀ। ਇੱਕ ਕੀ ਨਾਂ ਸੀ? ਮਾਨਾ ਬਾਈ ਨਾਲ ਹੋਇਆ ਸੀ, ਜਾਂ ਮਾਨ ਬਾਈ 1585 ਦੇ ਵਿੱਚ ਜੀ। ਤਾਂ ਇਸ ਦੀ ਕੁੱਖੋਂ ਜਿਹੜਾ ਪੁੱਤਰ ਜਨਮਿਆ ਸੀ ਉਹ ਸੀ ਖੁਸਰੋ ਦਾ ਬਹੁਤ ਇੰਪੋਰਟੈਂਟ ਰੋਲ ਆ। ਕੀ ਹੈ? ਖੁਸਰੋ ਨੇ ਆਪਣੇ ਪਿਤਾ ਦੇ ਗੱਦੀ ਤੇ ਬੈਠਣ ਸਮੇਂ ਜਿਹੜਾ ਵਿਦਰੋਹ ਕਰ ਦਿੱਤਾ ਸੀ। ਕੀ ਕਾਰਨ ਸੀ ਆਪਾਂ ਕਰਾਂਗੇ ਜੀ। ਖੁਸਰੋ ਸੀ ਜਿਹੜਾ ਜਹਾਂਗੀਰ ਦਾ ਪੁੱਤਰ ਸੀ, ਜਾਂ ਜਿਹੜਾ ਖੁਸਰੋ ਦਾ ਜਨਮ ਹੋਇਆ ਸੀ ਉਹ ਜਿਹੜੀ ਮਾਤਾ ਮਾਨਾ ਬਾਈ ਦੀ ਕੁੱਖੋਂ ਹੋਇਆ ਸੀ, ਮਾਨ ਬਾਈ ਦੀ ਕੁੱਖੋਂ। ਕੁਐਸਚਨ ਨੰਬਰ 7 ਦੇ ਵਿੱਚ ਦੇਖਦੇ ਹਾਂ, ਭਾਰਮਲ ਦੇ ਪੁੱਤਰ ਭਗਵਾਨ ਦਾਸ ਤੇ ਮਾਨ ਸਿੰਘ। ਜਿਹੜੇ ਭਾਰਮਲ ਰਾਜਾ ਸੀ, ਇਹਦੇ ਦੋ ਹੋਰ ਜਿਹੜੇ ਪੁੱਤਰ ਸੀਗੇ ਉਹ ਹੈਗੇ ਸੀ ਭਗਵਾਨ ਦਾਸ ਤੇ ਮਾਨ ਸਿੰਘ ਜੀ। ਬੇਸ਼ੱਕ ਕੋਈ ਜ਼ਿਆਦਾ ਇੰਪੋਰਟੈਂਟ ਕੁਐਸਚਨ ਇਹ ਨਹੀਂ ਬਣਦਾ ਜੀ। ਮਾਨ ਬਾਈ ਨੇ ਜਹਾਂਗੀਰ ਨੂੰ ਜਿਹੜਾ ਆਪਣਾ ਮਾਨਾ ਬਾਈ ਹੈ, ਜਾਂ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੀ ਇਸ ਦੀ ਪਤਨੀ ਸੀ ਜਹਾਂਗੀਰ ਨੇ ਉਸ ਨੂੰ ਕਿਹੜੀ ਉਪਾਧੀ ਦਿੱਤੀ ਹੋਈ ਸੀ? ਤਾਂ ਉਸ ਨੂੰ ਸਾਹ ਬੇਗਮ ਦੀ ਉਪਾਧੀ ਦਿੱਤੀ ਹੋਈ ਸੀ ਜੀ। ਜਿਹੜਾ ਮਾਨਾ ਬਾਈ ਨੂੰ ਜਹਾਂਗੀਰ ਨੇ ਸਾਹ ਬੇਗਮ ਦੀ ਉਪਾਧੀ ਦਿੱਤੀ ਹੋਈ ਸੀ ਜੀ। ਹਾਂਜੀ, ਸਾਹ ਬੇਗਮ ਦੀ ਉਪਾਧੀ ਜਿਹੜੀ ਉਹ ਦਿੱਤੀ ਹੋਈ ਸੀ ਜੀ।
ਕੁਐਸਚਨ ਨੰਬਰ 9 'ਚ ਦੇਖਦੇ ਹਾਂ ਸਲੀਮ ਦਾ ਦੂਸਰਾ ਜਿਹੜਾ ਵਿਆਹ ਹੋਇਆ ਸੀਗਾ, ਜਿਹੜਾ ਆਪਣਾ ਜਹਾਂਗੀਰ ਦਾ ਦੂਸਰਾ ਵਿਆਹ ਹੋਇਆ ਸੀ ਜੀ, ਉਦੇ ਸਿੰਘ ਸੀ ਇੱਕ ਮਾਰਵਾੜ ਦਾ ਰਾਜਾ। ਉਦੇ ਸਿੰਘ ਮਾਰਵਾੜ ਦਾ ਰਾਜਾ, ਜਿਸ ਦੀ ਪੁੱਤਰੀ ਦਾ ਨਾਂ ਸੀ ਜਗਤਗੁਸਾਈ। ਇਹ ਆ ਜੀ, ਇਹਨੂੰ ਜੋਧਾ ਬਾਈ ਕਿਹਾ ਜਾਂਦਾ ਜੀ, ਇਹ ਜੋਧਾ ਬਾਈ। ਇੱਥੇ ਜਗਤਗੁਸਾਈ ਜੋਧਾ ਬਾਈ, ਉੱਥੇ ਜੋਧਾ ਕਾਲੀ, ਇੱਥੇ ਜੋਧਾ ਬਾਈ ਆ। ਤਾਂ ਇਸ ਦੀ ਕੁੱਖੋਂ ਜਿਹੜਾ ਪੁੱਤਰ ਜਨਮਿਆ ਸੀ ਉਹ ਕੌਣ ਸੀ, ਅੱਗੇ ਜਾ ਕੇ ਆਪਾਂ ਖੁਰਮ ਸੀਗਾ ਜੀ। ਕਿੰਨੇ ਕੁਐਸਚਨ ਨੰਬਰ ਦੇ ਵਿੱਚ ਦੇਖਦੇ ਹਾਂ, 10 ਦੇ ਵਿੱਚ ਇਹੀ ਦੱਸਿਆ ਗਿਆ ਜੀ। ਜੋਧਾ ਬਾਈ ਤੋਂ ਜਿਹੜਾ ਜਨਮਿਆ ਆਪਣਾ ਪੁੱਤਰ ਸੀ ਕਿਹੜਾ ਸੀ, ਖੁਰਮ, ਜਿਹਨੂੰ ਆਪਾਂ ਸ਼ਾਹਜਹਾਨ ਦੇ ਨਾਲ ਯਾਦ ਕਰਦੇ ਹਾਂ ਜੀ। ਹਾਂਜੀ, ਤਾਂ ਜਿਹੜਾ ਸਲੀਮ ਦਾ ਦੂਸਰਾ ਵਿਆਹ ਸੀ ਜਗਤਗੁਸਾਈ ਨਾਲ, ਪਹਿਲਾ ਵਿਆਹ ਹੋਇਆ ਸੀ ਜਿਹੜਾ ਮਾਨਾ ਬਾਈ ਨਾਲ ਹੋਇਆ ਸੀ ਜੀ। ਕੁਐਸਚਨ ਨੰਬਰ 11 'ਚ ਦੇਖਦੇ ਹਾਂ ਅਕਬਰ ਦੀ ਮੌਤ ਤੋਂ ਬਾਅਦ ਨਵੰਬਰ 1605 ਈਸਵੀ ਵਿੱਚ ਆਗਰੇ ਦੇ ਕਿਲੇ ਵਿੱਚ ਰਾਜਗੱਦੀ ਤੇ ਬੈਠਿਆ। ਤਾਂ ਜਿਹੜਾ ਜਹਾਂਗੀਰ ਸੀ ਆਗਰੇ ਦੇ ਕਿਲੇ ਤੇ ਜਦੋਂ ਆਗਰੇ ਦੇ ਕਿਲੇ ਵਿੱਚ ਰਾਜਗੱਦੀ ਤੇ ਬੈਠਿਆ ਸੀ। ਜਾਂ ਕਿ ਵੀ ਕੁਐਸਚਨ ਪੁੱਟ ਕੀਤਾ ਜਾ ਸਕਦਾ ਵੀ ਜਿਹੜਾ ਸਲੀਮ ਨੇ ਜਿਹੜੀ ਗੱਦੀ ਆ ਉਹ ਪ੍ਰਾਪਤ ਕਿੱਥੇ ਕੀਤੀ ਆ, ਆਗਰੇ ਦੇ ਵਿੱਚ ਹੀ, ਨਵੰਬਰ 1605 ਦੇ ਵਿੱਚ ਹੀ। 3 ਨਵੰਬਰ ਵੀ ਕਈ ਵਾਰੀ ਡੇਟ ਪਾਈ ਜਾਂਦੀ ਪੇਪਰਾਂ ਵਿੱਚ, 3 ਨਵੰਬਰ ਹੀ। ਜਹਾਂਗੀਰ ਨਿਆਂ ਪਸੰਦ ਸ਼ਾਸਕ ਸੀ। ਜਿਹੜਾ ਜਹਾਂਗੀਰ ਸੀ ਇੱਕ ਨਿਆਂ ਪਸੰਦ ਸ਼ਾਸਕ ਮੰਨਿਆ ਗਿਆ। ਇਸ ਕਰਕੇ ਉਸਨੇ ਕੀ ਕੀਤਾ, ਉਸਨੇ ਕੀਤਾ ਜਿਹੜਾ ਆਗਰੇ ਦਾ ਸਾਬਰ ਸੀ ਤੇ ਜਮਨਾ ਨਦੀ ਦੇ ਕੰਢੇ ਤੇ ਇੱਕ ਸੋਨੇ ਦੀ ਜਿਹੜੀ ਜੰਜੀਰ ਆ ਉਹ ਲਟਕਾਈ ਹੋਈ ਸੀ ਜੀ, ਜਿਸ ਤੇ ਕਿਹਾ ਜਾਂਦਾ ਵੀ 60 ਘੰਟੀਆਂ ਲੱਗੀਆਂ ਹੋਈਆਂ ਸੀ, 60 ਘੰਟੀਆਂ ਲੱਗੀਆਂ ਹੋਈਆਂ ਸੀ। ਇਹ ਸੋਨੇ ਦੀ ਜੰਜੀਰ ਲਟਕਾਈ ਹੋਈ ਸੀ ਤਾਂ ਕੋਈ ਵੀ ਜਿਹੜਾ ਨਿਆਂ ਪਸੰਦ ਵਿਅਕਤੀ ਜਿਸ ਨੂੰ ਨਿਆਂ ਦੀ ਲੋੜ ਹੁੰਦੀ ਸੀ ਉਹ ਇਸ ਨੂੰ ਵਜਾ ਕੇ ਨਿਆਂ ਦੀ ਮੰਗ ਕਰ ਸਕਦਾ ਸੀ। ਇਸ ਕਰਕੇ ਜਿਹੜੀ ਸੋਨੇ ਦੀ ਜੰਜੀਰ ਦਾ ਸੰਬੰਧ ਕਿਸ ਨਾਲ, ਜੰਜੀਰ ਜਹਾਂਗੀਰ, ਤਾਂ ਯਾਦ ਰੱਖ ਸਕਦੇ ਉੱਥੇ। ਕੁਐਸਚਨ ਨੰਬਰ 14 'ਚ ਦੇਖਦੇ ਹਾਂ ਜੰਜੀਰ ਏ ਅਦਲੀ ਵੀ ਕਿਹਾ ਜਾਂਦਾ, ਜਿਸ ਨੂੰ ਕੀ ਕਿਹਾ ਜਾਂਦਾ, ਜੰਜੀਰ ਏ ਅਦਲੀ ਦੇ ਨਾਲ ਜਾਣਿਆ ਜਾਂਦਾ ਜੀ। ਕੁਐਸਚਨ ਨੰਬਰ 15 'ਚ ਦੇਖਦੇ ਹਾਂ ਰਾਜਾ ਬਣਨ ਤੋਂ ਬਾਅਦ ਜਹਾਂਗੀਰ ਨੇ 12 ਘੋਸ਼ਣਾਵਾਂ ਕੀਤੀਆਂ। ਕਹਿਣ ਦਾ ਭਾਵ ਕੋਈ ਆਪਾਂ ਕਿਵੇਂ ਕਹਿੰਦੇ ਮੈਨੀਫੈਸਟੋ, ਜਾਂ ਆਪਾਂ ਕਹਿੰਦੇ 12 ਘੋਸ਼ਣਾਵਾਂ ਜਾਂ 12 ਜਿਹੜੇ ਰੂਲਸ ਕੀਤੇ ਸੀ, ਜਿਸ ਵਿੱਚ ਉਸਨੇ ਕੁਝ ਚੰਗੀਆਂ ਧਾਰਮਿਕ ਜਿਹੜੀਆਂ ਗੱਲਾਂ ਦਾ ਵਰਣਨ ਕੀਤਾ ਸੀ, ਜਿਸ ਤਰ੍ਹਾਂ ਸ਼ਰਾਬ ਦੀ ਵਰਤੋਂ ਨਾ ਕਰਨਾ, ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ, ਇਸ ਤਰ੍ਹਾਂ ਦੇ ਜਿਹੜੇ 12 ਘੋਸ਼ਣਾਵਾਂ ਕੀਤੀਆਂ ਗਈਆਂ ਸੀ ਜੀ ਉਸ ਦੁਆਰਾ। ਠੀਕ ਆ, ਬੇਸ਼ੱਕ ਉਹ ਆਪ ਇੱਕ ਵੱਡਾ ਸ਼ਰਾਬ ਦਾ ਤੇ ਅਫੀਮ ਭੰਗ ਦਾ ਆਦੀ ਸੀ। ਕੁਐਸਚਨ ਨੰਬਰ 16 'ਚ ਦੇਖਦੇ ਹਾਂ ਤਮਗਾ ਤੇ ਮੀਰ ਵਹਿਰੀ ਜਿਹੜੇ ਕਰ ਸੀ ਉਹ ਜਿਹੜੇ ਜਹਾਂਗੀਰ ਨੇ ਖਤਮ ਕੀਤੇ ਸੀ। ਕਿਹੜੇ ਕਿਹੜੇ, ਤਮਗਾ ਤੇ ਮੀਰ ਵਹਿਰੀ ਵਰਗੇ ਕਰ ਸੀ ਜਿਹੜੇ ਜਹਾਂਗੀਰ ਨੇ ਸਮਾਪਤ ਕੀਤੇ ਸੀ। ਕੁਐਸਚਨ ਨੰਬਰ 17 'ਚ ਦੇਖਦੇ ਹਾਂ ਗੱਦੀ ਤੇ ਬੈਠਦੇ ਸਮੇਂ ਪੁੱਤਰ ਨੇ ਵਿਦਰੋਹ ਕੀਤਾ। ਗੱਦੀ ਤੇ ਬੈਠਦੇ ਸਮੇਂ ਕਿਹੜੇ ਪੁੱਤਰ ਨੇ ਵਿਦਰੋਹ ਕੀਤਾ ਸੀ, ਖੁਸਰੋ ਨੇ ਜੀ, ਖੁਸਰੋ ਖਾਨ ਨੇ ਜਿਹੜਾ ਵਿਦਰੋਹ ਕੀਤਾ ਸੀਗਾ ਜੀ। ਕੁਐਸਚਨ ਨੰਬਰ 18 'ਚ ਦੇਖਦੇ ਹਾਂ ਜਹਾਂਗੀਰ ਅਤੇ ਖੁਸਰੋ ਦੇ ਵਿਚਕਾਰ ਯੁੱਧ ਹੋਇਆ ਜੀ। ਕਿਹੜਾ ਯੁੱਧ ਹੋਇਆ ਸੀ, ਭੇਰਵਾਲ ਦਾ ਯੁੱਧ ਜੀ, ਭੇਰਵਾਲ ਦਾ ਯੁੱਧ ਹੋਇਆ ਸੀਗਾ ਜੀ। ਕਿਹੜਾ ਯੁੱਧ ਹੋਇਆ ਸੀਗਾ, ਭੇਰਵਾਲ ਦਾ ਯੁੱਧ। ਕਿਸ ਵਿੱਚ ਹੋਇਆ ਸੀਗਾ, ਜਹਾਂਗੀਰ ਤੇ ਉਹਦਾ ਜਿਹੜਾ ਪੁੱਤਰ ਖੁਸਰੋ ਸੀ, ਜਿਸ ਵਿੱਚ ਭੇਰਵਾਲ ਦਾ ਯੁੱਧ ਹੋਇਆ ਸੀ ਜੀ। ਕੁਐਸਚਨ ਨੰਬਰ 19 'ਚ ਦੇਖਦੇ ਹਾਂ ਜਹਾਂਗੀਰ ਨੇ ਆਪਣੇ ਪੁੱਤਰ ਖੁਸਰੋ ਦੀ ਹੱਤਿਆ ਕਰਵਾ ਦਿੱਤੀ ਸੀ। ਜਹਾਂਗੀਰ ਨੇ ਆਪਣੇ ਪੁੱਤਰ ਖੁਸਰੋ ਦੀ ਹੱਤਿਆ ਕਰਵਾਤੀ ਸੀ ਜੀ। ਖੁਸਰੋ ਦੀ ਹੱਤਿਆ ਕਰਵਾਈ ਕਿਸ ਨੇ, ਜਹਾਂਗੀਰ ਨੇ ਜੀ। ਜਹਾਂਗੀਰ ਨੇ ਆਪਣੇ ਪੁੱਤਰ ਹੱਤਿਆ ਕਰਵਾਤੀ ਸ਼ਾਹਜਹਾਨ ਨੇ। ਇੱਥੇ ਇੱਕ ਮਿਸਟੇਕ ਆ ਜੀ, ਜਿਹੜੀ ਜਹਾਂਗੀਰ ਨੇ ਆਪਣੇ ਪੁੱਤਰ ਖੁਸਰੋ ਨੂੰ ਅੰਨਾ ਕਰਵਾਇਆ ਸੀ। ਅਸਲ ਵਿੱਚ ਕੀ ਕਰਵਾਇਆ ਸੀ, ਅੰਨਾ ਕਰਵਾਤਾ ਸੀ, ਪਰ ਉਹਦੀ ਹੱਤਿਆ ਜਿਹੜੀ ਅੱਗੇ ਜਾ ਕੇ ਸ਼ਾਹਜਹਾਨ ਦੁਆਰਾ ਕਰਵਾਈ ਗਈ ਸੀ ਜੀ। ਇਹ ਤੇ ਨੋਟ ਕਰ ਸਕਦੇ ਹੋ, ਜਹਾਂਗੀਰ ਨੇ ਆਪਣੇ ਪੁੱਤਰ ਖੁਸਰੋ ਦੀ ਹੱਤਿਆ ਨਹੀਂ ਕਰਵਾਈ ਸੀ, ਉਸਨੇ ਇਸ ਨੂੰ ਅੰਨਾ ਕਰਵਾ ਦਿੱਤਾ ਸੀ। ਇੱਥੇ ਲਿਖ ਲਓ, ਸਹੀ ਕਰ ਲਓ, ਅੰਨਾ ਕਰਵਾ ਦਿੱਤਾ ਸੀ, ਜਿਹਦੀ ਉਸਦੀ ਹੱਤਿਆ ਜਿਹੜੀ ਅੱਗੇ ਜਾ ਕੇ ਸ਼ਾਹਜਹਾਨ ਦੁਆਰਾ ਕੀਤੀ ਜਾਵੇਗੀ ਜੀ, ਕਰਵਾਈ ਜਾਵੇਗੀ ਜੀ। ਕੁਐਸਚਨ ਨੰਬਰ 20 'ਚ ਦੇਖਦੇ ਹਾਂ ਜਹਾਂਗੀਰ ਨੇ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਨੂੰ, ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਨੂੰ ਕਿਸ ਨੇ ਸ਼ਹੀਦ ਕਰਵਾਇਆ ਸੀ, ਜਾਂ ਕਿਸ ਦੇ ਸਮੇਂ ਸ਼ਹੀਦ ਕੀਤਾ ਗਿਆ ਸੀ, ਆਪਣੇ ਮੁਗਲ ਸ਼ਾਸਕ ਦੇ ਸਮੇਂ, ਜਹਾਂਗੀਰ ਦੇ ਸਮੇਂ ਜੀ। ਤਾਂ ਕਿਉਂ ਕਰਵਾਇਆ ਗਿਆ ਸੀ, ਕਿਉਂਕਿ ਮੰਨਿਆ ਜਾਂਦਾ ਕਿ ਖੁਸਰੋ ਖਾਨ ਦੀ ਸਹਾਇਤਾ ਕੀਤੀ ਸੀ। ਜਹਾਂਗੀਰ ਨੇ ਆਰੋਪ ਲਾਇਆ ਕਿ ਇਸਨੇ ਜਿਹੜੀ ਖੁਸਰੋ ਦੀ ਸਹਾਇਤਾ ਕੀਤੀ ਹੈ, ਜੋ ਕਿ ਇੱਕ ਦੇਸ਼ ਧਰੋਹ ਦਾ ਕੰਮ ਹੈ। ਇਸ ਕਰਕੇ ਉਹਨਾਂ ਨੇ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਵਹਾ ਕੇ ਜਿਹੜਾ ਸ਼ਹੀਦ ਕਰਵਾਤਾ ਸੀ ਲਾਹੌਰ ਦੇ ਵਿੱਚ ਜੀ। ਤਾਂ 30 ਮਈ ਨੂੰ ਜੀ। ਕੁਐਸਚਨ ਨੰਬਰ 21 ਦੇਖਦੇ ਹਾਂ ਜੀ ਜਹਾਂਗੀਰ ਨੇ ਅਲੀ ਕੁਲੀ, ਜਿਹੜਾ ਅਗਲਾ ਜਿਹੜਾ ਆਪਣਾ ਜਹਾਂਗੀਰ ਦਾ ਵਿਆਹ ਜੀ ਉਹ ਕਿਸ ਨਾਲ ਹੋਇਆ, ਅਲੀ ਕੁਲੀ ਇੱਕ ਅਫਗਾਨ ਸੀ ਜੀ। ਤਾਂ ਪਿੱਛੇ ਆਪਾਂ ਪੜ੍ਹ ਚੁੱਕੇ ਹਾਂ ਜਿਹੜੇ ਜਹਾਂਗੀਰ ਦੇ ਵਿਆਹ, ਜਿਹੜੇ ਪਹਿਲਾ ਮਾਨਾ ਬਾਈ ਨਾਲ, ਦੂਜਾ ਹੈਗਾ ਜੋਧਾ ਬਾਈ ਨਾਲ, ਤੇ ਤੀਸਰਾ ਜਿਹੜਾ ਆਪਾਂ ਗੱਲ ਕਰਦੇ ਹਾਂ ਇੱਕ ਅਲੀ ਕੁਲੀ ਸੀ। ਅਲੀ ਕੁਲੀ ਅਫਗਾਨ ਨਾਂ ਦਾ ਵਿਅਕਤੀ ਸੀ, ਜਿਸ ਦੀ ਵਿਧਵਾ ਸੀ ਮਿਹਰੁਨਿਸਾ।
मेहरुनिसा नाम ਸੀ ਉਹਦਾ, ਜਿਹੜਾ ਮੂਲ ਨਾਮ ਸੀ मेहरुनिसा, ਤੇ ਜਿਸ ਨਾਲ ਵਿਆਹ ਕਰਵਾਇਆ, ਜੋ ਕਿ ਨੂਰ ਜਹਾਂ ਦੇ ਨਾਂ ਨਾਲ ਪ੍ਰਸਿੱਧ ਹੋਈ ਹੈ ਜੀ। ਨੂਰ ਜਹਾਂ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਰਿਹਾ ਜਹਾਂਗੀਰ ਦੇ ਸਮੇਂ ਦੇ ਵਿੱਚ, ਠੀਕ ਹੈ ਨਾ। ਨੂਰ ਜਹਾਂ ਗੁੱਟ ਵੀ ਬਣਿਆ ਹੋਇਆ ਸੀ, ਜਿਸ ਬਾਰੇ ਆਪਾਂ ਇੱਕ ਗੱਲ ਕਰਾਂਗੇ, ਕਿਉਂਕਿ ਜਿਹੜਾ ਸ਼ਾਸਨ ਦਾ ਸਾਰਾ ਕੰਮਕਾਰ ਸੀ ਉਹ ਨੂਰ ਜਹਾਂ ਦੇ ਹੱਥ ਦੇ ਵਿੱਚ ਸੀ। ਨੂਰ ਜਹਾਂ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਥਾਨ ਰੱਖਦੀ ਹੈ ਜਹਾਂਗੀਰ ਦੇ ਸ਼ਾਸਨ ਦੇ ਵਿੱਚ ਜੀ। ਕੁਐਸਚਨ ਨੰਬਰ 22 ਦੇਖਦੇ ਹਾਂ, ਨੂਰ ਜਹਾਂ ਦੀ ਮਾਤਾ ਦਾ ਨਾਂ ਅਸਮਤ ਬੇਗਮ ਸੀ। ਵੈਰੀ ਇੰਪੋਰਟੈਂਟ ਕੁਐਸਚਨ ਆ। ਜਿਹੜੀ ਨੂਰ ਜਹਾਂ ਦੀ ਮਾਤਾ ਦਾ ਕੀ ਨਾਮ ਸੀ? ਅਸਮਤ ਬੇਗਮ। ਅਤੇ ਪਿਤਾ ਦਾ ਕੀ ਨਾਮ ਸੀ ਜੀ? ਗਿਆਸ ਬੇਗ। ਗਿਆਸ ਬੇਗ। ਗਿਆਸ ਬੇਗ। ਇਸ ਦੀ ਯਾਦ ਦੇ ਵਿੱਚ ਨੂਰ ਜਹਾਂ ਨੇ ਇੱਕ ਆਪਣਾ ਮਕਬਰਾ ਬਣਾਇਆ ਸੀ, ਇਤਮਾਦ-ਉਦ-ਦੌਲਾ ਦਾ ਮਕਬਰਾ। ਆਪਾਂ ਅੱਗੇ ਜਾ ਕੇ ਪੜ੍ਹਾਂਗੇ ਜੀ ਉਸਨੂੰ। ਨੂਰ ਜਹਾਂ ਦੇ ਜਿਹੜੇ ਮਾਤਾ ਪਿਤਾ ਦਾ ਨਾਮ ਤੁਹਾਨੂੰ ਜ਼ਰੂਰ ਯਾਦ ਰੱਖਣ ਦੀ ਜਿਹੜੀ ਆਪਣੀ ਲੋੜ ਆ ਜੀ। ਕੁਐਸਚਨ ਨੰਬਰ 23 ਦੇਖਦੇ ਹਾਂ, ਅਸਮਤ ਬੇਗਮ ਨੇ ਖੋਜ ਕੀਤੀ ਸੀ। ਅਸਮਤ ਬੇਗਮ ਕੌਣ ਸੀ? ਨੂਰ ਜਹਾਂ ਦੀ ਮਾਂ। ਕਿਹਦੀ ਖੋਜ ਕੀਤੀ ਸੀ? ਇਤਰ ਦੀ। ਇਤਰ ਦੀ, ਜੋ ਅੱਜ ਆਪਾਂ ਸੈਂਟ ਵਗੈਰਾ ਲਗਾਉਂਦੇ ਆ, ਇਸ ਦੀ ਖੋਜ ਕਿਹਨੇ ਕੀਤੀ ਹੋਈ ਹੈ ਜੀ? ਅਸਮਤ ਬੇਗਮ ਨੇ ਜੀ। ਕੁਐਸਚਨ ਨੰਬਰ 24 ਦੇਖਦੇ ਹਾਂ, ਨੂਰ ਜਹਾਂ ਨੇ ਆਪਣੇ ਪਿਤਾ ਦੀ ਯਾਦ ਵਿੱਚ ਇੱਕ ਮਕਬਰਾ ਬਣਾਇਆ ਸੀ। ਕਿਹੜਾ ਮਕਬਰਾ ਜੀ? ਇਤਮਾਦ-ਉਦ-ਦੌਲਾ ਦਾ ਮਕਬਰਾ। ਇਤਮਾਦ-ਉਦ-ਦੌਲਾ ਦਾ ਮਕਬਰਾ ਜਿਹੜਾ ਬਣਾਇਆ ਸੀ ਆਪਣੇ ਪਿਤਾ ਦੀ ਯਾਦ ਦੇ ਵਿੱਚ ਸੀ। ਹਾਂਜੀ, ਇਸ ਵਿੱਚ ਪਹਿਲੀ ਵਾਰੀ ਜਿਹੜਾ ਸੰਗਮਰਮਰ ਦਾ ਵੱਡੇ ਪੱਧਰ ਤੇ ਪ੍ਰਯੋਗ ਕੀਤਾ ਗਿਆ ਸੀ। ਪੂਰਨ ਰੂਪ ਵਿੱਚ ਸੰਗਮਰਮਰ ਦੁਆਰਾ ਨਿਰਮਾਣ ਤੇ ਇਹ ਮਕਬਰਾ ਜੀ। ਕੁਐਸਚਨ ਨੰਬਰ 25 ਦੇਖਦੇ ਹਾਂ, ਨੂਰ ਜਹਾਂ ਦੀ ਪੁੱਤਰੀ ਸੀ ਇੱਕ ਲਾਡਲੀ ਬੇਗਮ। ਨੂਰ ਜਹਾਂ ਦੀ ਪੁੱਤਰੀ ਦਾ ਕੀ ਨਾਮ ਸੀ ਜੀ? ਲਾਡਲੀ ਬੇਗਮ। ਲਾਡਲੀ ਬੇਗਮ। ਲਾਡਲੀ ਬੇਗਮ ਸੀ ਇਸ ਦੀ ਪੁੱਤਰੀ ਦਾ ਨਾਮ, ਠੀਕ ਹੈ ਨਾ ਜੀ, ਯਾਦ ਰੱਖ ਸਕਦੇ ਹੋ। ਨੂਰ ਜਹਾਂ ਦੀ ਪੁੱਤਰੀ ਸੀ ਲਾਡਲੀ ਬੇਗਮ। ਅੱਗੇ ਜਾ ਕੇ ਆਪਾਂ ਕਰਾਂਗੇ ਇਸ ਦਾ ਵਿਆਹ ਹੋਇਆ, ਠੀਕ ਹੈ, ਕਿਸ ਨਾਲ? ਜਹਾਂਗੀਰ ਨੇ ਨੂਰ ਜਹਾਂ ਦੇ ਪਿਤਾ ਗਿਆਸ ਬੇਗ ਨੂੰ ਆਪਣਾ ਦੀਵਾਨ ਬਣਾ ਲਿਆ ਸੀ ਜੀ। ਕੀ ਹੋਇਆ? ਜਹਾਂਗੀਰ ਨੇ ਕਿਸ ਨੂੰ ਬਣਾ ਲਿਆ ਸੀ ਇੱਥੇ? ਗਿਆਸ ਬੇਗ ਨੂੰ। ਗਿਆਸ ਬੇਗ ਨੂੰ ਆਪਣਾ ਦੀਵਾਨ ਬਣਾ ਕੇ ਉਸਨੂੰ ਕਿਹੜੀ ਉਪਾਧੀ ਨਾਲ ਸਨਮਾਨਿਤ ਕੀਤਾ? ਇਤਮਾਦ-ਉਦ-ਦੌਲਾ ਦੀ ਉਪਾਧੀ ਦਿੱਤੀ ਸੀ ਜੀ। ਹਾਂਜੀ, ਗਿਆਸ ਬੇਗ ਤੋਂ ਕੀ ਬਣ ਗਿਆ? ਇਤਮਾਦ-ਉਦ-ਦੌਲਾ ਜੀ। ਵੈਰੀ ਇੰਪੋਰਟੈਂਟ। ਨੂਰ ਜਹਾਂ ਦਾ ਇੱਕ ਭਰਾ ਸੀ ਜੀ ਆਸਫ ਖਾਂ। ਆਸਫ ਖਾਂ ਆਪਾਂ ਸ਼ਾਹਜਹਾਂ ਦੇ ਵਿੱਚ ਵੀ ਜਾ ਕੇ ਪੜਾਂਗੇ। ਕਿਉਂ? ਕਿਉਂਕਿ ਕੀ ਸੀ? ਸ਼ਾਹਜਹਾਂ ਦਾ ਇਹ ਕੀ ਸੀਗਾ, ਜਾਂ ਸ਼ਾਹਜਹਾਂ ਨਾਲ ਇਸਦਾ ਕੀ ਰਿਸ਼ਤਾ ਸੀ, ਠੀਕ ਹੈ ਨਾ। ਤਾਂ ਇਸ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਗਾ, ਠੀਕ ਹੈ ਨਾ। ਸ਼ਾਹਜਹਾਂ ਦਾ ਇਹ ਸਹੁਰਾ ਸੀ, ਤਾਂ ਨੂਰ ਜਹਾਂ ਦਾ ਭਰਾ ਸੀ ਆਸਫ ਖਾਂ। ਇਸ ਨੇ ਆਪਣੀ ਪੁੱਤਰੀ ਦਾ ਵਿਆਹ ਕੀਤਾ ਸੀਗਾ ਸ਼ਾਹਜਹਾਂ ਨਾਲ। ਅੱਗੇ ਆਪਾਂ ਗੱਲ ਕਰ ਰਹੇ ਹਾਂ 28 ਨੰਬਰ ਕੁਐਸਚਨ ਦੇ ਵਿੱਚ ਇਹੀ ਆ, ਸ਼ਾਹਜਹਾਂ ਨੇ ਆਸਫ ਖਾਂ ਦੀ ਪੁੱਤਰੀ ਨਾਲ ਵਿਆਹ ਕਰਵਾਇਆ ਸੀ ਜੀ। ਤਾਂ ਰਿਸ਼ਤੇ ਦੇ ਵਿੱਚ ਕੀ ਲੱਗਿਆ? ਜਿਹੜਾ ਉਸਦਾ ਜਿਹੜਾ ਸ਼ਾਹਜਹਾਂ ਰਿਸ਼ਤੇ ਦੇ ਵਿੱਚ ਕੀ ਸੀ? ਉਸਦਾ ਜਵਾਈ ਸੀ ਜੀ ਆਸਫ ਖਾਂ। ਕੌਣ ਸੀ ਇਹ? ਨੂਰ ਜਹਾਂ ਦਾ ਭਰਾ ਤੇ ਸ਼ਾਹਜਹਾਂ, ਜਿਹੜਾ ਆਪਾਂ ਖੁਰਮ ਦੇ ਨਾਲ ਪੜਾਂਗੇ ਜੀ ਅੱਗੇ। ਖੁਰਮ ਸੀ ਉਸਦਾ ਮੁੱਢਲਾ ਨਾਂ। ਉਸ ਦੀ ਪੁੱਤਰੀ ਨਾਲ ਉਸਨੇ ਵਿਆਹ ਕਰਵਾਇਆ ਸੀ ਜੀ ਸ਼ਾਹਜਹਾਂ ਨੇ। ਨੂਰ ਜਹਾਂ ਦੇ ਹੋਰ ਨਾਂ, ਨੂਰ ਜਹਾਂ ਦੇ ਹੋਰ ਨਾਂ, ਨੂਰ ਮਹਿਲ, ਬਾਦਸ਼ਾਹ ਬੇਗਮ, ਯਾਦ ਰੱਖ ਸਕਦੇ ਹੋ, ਪਦਮ ਮਹੇਸ਼ੀ ਆਦਿ ਨਾਮਾਂ ਨਾਲ ਇਸ ਨੂੰ ਯਾਦ ਕੀਤਾ ਜਾਂਦਾ। ਤਾਂ ਮੁੱਢਲਾ ਨਾਮ ਕੀ ਸੀ? ਮੇਹਰੁਨਿਸਾ। ਨੂਰ ਮਹਿਲ, ਬਾਦਸ਼ਾਹ ਬੇਗਮ, ਪਦਮ ਮਹੇਸ਼ੀ, ਇਹ ਸਾਰੀਆਂ ਜਿਹੜੀਆਂ ਉਪਾਧੀਆਂ ਨੇ। ਬਾਦਸ਼ਾਹ ਬੇਗਮ ਦੀ ਉਪਾਧੀ ਜਹਾਂਗੀਰ ਨੇ ਦਿੱਤੀ ਸੀ। ਪਦਮ ਮਹੇਸ਼ੀ ਦੀ ਉਪਾਧੀ ਜਿਹੜੀ ਜਹਾਂਗੀਰ ਦੁਆਰਾ ਦਿੱਤੀ ਗਈ ਆ ਨੂਰ ਜਹਾਂ ਨੂੰ। ਕੁਐਸਚਨ ਨੰਬਰ 30 ਦੇਖਦੇ ਹਾਂ, ਸਿੱਕਿਆਂ ਤੇ ਬਾਦਸ਼ਾਹ ਦੇ ਨਾਂ ਤੇ ਨੂਰ ਮਹਿਲ ਦੇ ਜਿਹੜੇ ਚਿੱਤਰ ਵੀ ਬਣਵਾਏ ਗਏ ਨੇ ਜੀ। ਮੋਸਟ ਇੰਪੋਰਟੈਂਟ, ਜਹਾਂਗੀਰ ਨੇ ਆਪਣੇ ਸਿੱਕਿਆਂ ਦੇ ਉੱਪਰ ਜਿਹੜਾ ਨੂਰ ਜਹਾਂ ਦੇ ਨਾਂ ਤੇ ਜਿਹੜੇ ਤਸਵੀਰਾਂ ਵੀ ਬਣਾਈਆਂ ਹੋਈਆਂ ਨੇ। ਨੂਰ ਜਹਾਂ ਦੇ ਨਾਂ ਤੇ ਸਿੱਕੇ ਜਾਰੀ ਕੀਤੇ ਆ ਜਹਾਂਗੀਰ ਨੇ ਜੀ। ਕੁਐਸਚਨ ਨੰਬਰ 31 ਦੇ ਵਿੱਚ ਦੇਖਦੇ ਹਾਂ, ਅਰਜੁਵੰਦ ਬਾਨੋ ਬੇਗਮ ਆ ਗਿਆ ਜੀ। ਅਰਜੁਵੰਦ ਬਾਨੋ ਬੇਗਮ ਇਹ ਕਿਸ ਦੀ ਪੁੱਤਰੀ ਸੀ? ਆਸਫ ਖਾਂ ਦੀ ਪੁੱਤਰੀ ਸੀ ਜੀ। ਕਿਸ ਦੀ ਪੁੱਤਰੀ ਸੀ? ਆਸਫ ਖਾਂ। ਆਸਫ ਖਾਂ ਆਪਾਂ ਪਿੱਛੇ ਪੜ ਚੁੱਕੇ ਹਾਂ ਕਿਸ ਦੀ? ਆਸਫ ਖਾਂ ਕੌਣ ਸੀ? ਨੂਰ ਜਹਾਂ ਦਾ ਭਰਾ ਸੀ। ਤਾਂ ਇਸਦੀ ਇੱਕ ਪੁੱਤਰੀ ਸੀ ਅਰਜੁਵੰਦ ਬਾਨੋ ਬੇਗਮ। ਤਾਂ ਯਾਦ ਰੱਖ ਸਕਦੇ ਹੋ, ਕਿਉਂਕਿ ਸ਼ਾਹਜਹਾਂ ਦੇ ਵਿੱਚ ਵੀ ਆਪਾਂ ਪੜਾਂਗੇ, ਜਿਸ ਦਾ ਵਿਆਹ ਕਿਸ ਨਾਲ ਹੋਇਆ ਸੀ ਜੀ? ਸ਼ਾਹਜਹਾਂ ਦੇ ਨਾਲ। ਕਿਸ ਨਾਲ ਹੋਇਆ ਸੀ? ਸ਼ਾਹਜਹਾਂ, ਜਿਸ ਨੂੰ ਉਪਨਾਮ ਉਸਦਾ ਖੁਰਮ ਆਪਾਂ ਕਹਿੰਦੇ ਆ ਜੀ। ਖੁਰਮ ਦੇ ਨਾਂ ਨਾਲ ਜਾਣ ਕੀਤਾ ਜਾਂਦਾ ਇਸ ਨੂੰ, ਮੁੱਢਲਾ ਨਾਮ ਸੀ ਜੀ। ਕੁਐਸਚਨ ਨੰਬਰ 32 ਚ ਦੇਖਦੇ ਹਾਂ, ਜਹਾਂਗੀਰ ਦੀ ਇੱਕ ਪ੍ਰੇਮਿਕਾ ਸੀ, ਉਸਦਾ ਨਾਮ ਸੀ ਅਨਾਰਕਲੀ। ਅਨਾਰਕਲੀ। ਅਨਾਰਕਲੀ ਕੀ ਨਾਮ ਸੀ ਉਸਦਾ? ਅਨਾਰਕਲੀ ਜੀ। ਅਨਾਰਕਲੀ ਯਾਦ ਰੱਖਦੇ ਹੋ, ਇਹ ਉਸਦੀ ਪ੍ਰੇਮਿਕਾ ਸੀ ਜੀ ਅਨਾਰਕਲੀ। ਕਿਸ ਦੀ ਜੀ? ਜਹਾਂਗੀਰ ਦੀ। ਜਹਾਂਗੀਰ ਦੀ ਪ੍ਰੇਮਿਕਾ ਸੀ ਅਨਾਰਕਲੀ। ਤਾਂ ਕੀ ਹੋਇਆ? ਸ਼ਹਿਰਜ਼ਾਰ ਨਾਲ, ਸ਼ਹਿਰਜ਼ਾਰ ਨੂਰ ਜਹਾਂ ਨੇ ਆਪਣੀ ਪੁੱਤਰੀ, ਸ਼ਹਿਰਜ਼ਾਰ ਜਿਹੜੀ ਸੀ, ਸ਼ਹਿਰਜ਼ਾਰ ਆਪਾਂ ਪੜਾਂਗੇ ਅੱਗੇ ਜਾ ਕੇ ਕਿਸ ਦਾ ਪੁੱਤਰ ਸੀ ਜੀ। ਤੁਹਾਨੂੰ ਪਤਾ ਤਾਂ ਜ਼ਰੂਰ ਦੱਸ ਸਕਦੇ ਹੋ ਜੀ।
ਜਿਹੜਾ ਇਹ ਵੀ ਆਪਣਾ ਜਹਾਂਗੀਰ ਦੇ ਪੁੱਤਰਾਂ ਦੇ ਵਿੱਚੋਂ ਇੱਕ ਆ ਜੀ ਸ਼ਹਿਰਜ਼ਾਰ। ਨੂਰ ਜਹਾਂ ਨੇ ਜਿਹੜੀ ਆਪਣੀ ਪੁੱਤਰੀ ਦਾ ਵਿਆਹ ਸ਼ਹਿਰਜ਼ਾਰ ਨਾਲ ਕੀਤਾ ਸੀ ਜੀ। ਇੱਥੇ ਯਾਦ ਰੱਖਿਓ ਇੱਕ ਵਚਨ ਦਾ ਉੱਪਰ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ। ਹਾਂਜੀ ਇੱਥੇ ਕੀ ਹੈ, ਸ਼ਹਿਰਜ਼ਾਰ ਨੇ ਨੂਰ ਜਹਾਂ ਸ਼ਹਿਰਜ਼ਾਰ ਨਾਲ ਨੂਰ ਜਹਾਂ ਨੇ ਆਪਣੀ ਇੱਕ ਪੁੱਤਰੀ ਦਾ ਵਿਆਹ ਕੀਤਾ ਸੀ ਜੀ ਸ਼ਹਿਰਜ਼ਾਰ ਨਾਲ। ਠੀਕ ਹੈ, ਕਿਸੇ ਦਾ ਆਪਣਾ ਨੂਰ ਜਹਾਂ ਦੀ ਪੁੱਤਰੀ ਦਾ ਕੀ ਨਾਂ ਸੀਗਾ ਆਪਾਂ ਅੱਗੇ ਨਹੀਂ ਆਇਆ ਜੀ। ਹਾਂਜੀ ਤਾਂ ਉਸਨੇ ਯਾਦ ਰੱਖਿਓ ਸ਼ਹਿਰਜ਼ਾਰ ਆਇਆ ਸੀ। ਹਾਂਜੀ ਲਾਡਲੀ ਬੇਗਮ। ਹਾਂਜੀ ਲਾਡਲੀ ਬੇਗਮ ਦਾ ਵਿਆਹ ਕਿਸ ਨਾਲ ਕੀਤਾ? ਸ਼ਹਿਰਜ਼ਾਰ ਨਾਲ, ਜਹਾਂਗੀਰ ਦਾ ਜੋ ਪੁੱਤਰ ਸੀ। ਹਾਂਜੀ ਤੇ ਸ਼ਾਹਜਹਾਂ ਨਾਲ ਵਿਆਹ ਕੀਤਾ ਸੀ ਅਰਜੁਮੰਦ ਬਾਨੋ ਬੇਗਮ ਜੋ ਕਿ ਆਸਫ ਖਾਂ ਦੀ ਪੁੱਤਰੀ ਸੀ। ਹਾਂਜੀ ਤੇ ਇਸ ਕਰਕੇ ਹੀ ਅੱਗੇ ਜਾ ਕੇ ਜਿਹੜਾ ਸ਼ਾਹਜਹਾਂ ਨੂੰ ਗੱਦੀ ਦਿਵਾਉਣ ਦੇ ਵਿੱਚ ਜ਼ਿਆਦਾ ਰੋਲ ਕਿਸ ਦਾ ਰਹਿੰਦਾ ਜੀ? ਆਸਫ ਖਾਂ ਦਾ। ਜਦ ਕਿ ਨੂਰ ਜਹਾਂ ਸ਼ਹਿਰਜ਼ਾਰ ਨੂੰ ਜਿਹੜੀ ਗੱਦੀ ਦੇ ਦੇਣ ਦੇ ਵਿੱਚ ਹੱਕਦਾਰ ਸੀ, ਪਰ ਉਸਦੀ ਮੌਤ ਹੋ ਜਾਂਦੀ ਹੈ ਜੀ। ਤੇ ਲਾਡਲੀ ਬੇਗਮ ਅੱਗੇ ਹੋਈ ਗਈ ਜੀ ਆਪਣਾ। ਕੁਐਸਚਨ ਨੰਬਰ 33 'ਚ ਦੇਖਦੇ ਹਾਂ, ਜਹਾਂਗੀਰ ਦੀ ਮੌਤ ਤੋਂ ਬਾਅਦ ਨੂਰ ਜਹਾਂ ਆਪਣਾ ਜੀਵਨ ਬਿਤਾਇਆ ਕਿੱਥੇ ਬਿਤਾਇਆ ਸੀ? ਲਾਹੌਰ ਦੇ ਵਿੱਚ ਜੀ। ਜਹਾਂਗੀਰ ਦੀ ਜਦੋਂ ਮੌਤ ਹੋ ਜਾਂਦੀ ਆ ਤਾਂ ਨੂਰ ਜਹਾਂ ਜਿਹੜਾ ਆਪਣਾ ਰਹਿੰਦਾ ਜੀਵਨ ਕਿੱਥੇ ਬਿਤਾਇਆ ਜੀ? ਲਾਹੌਰ ਦੇ ਵਿੱਚ ਜੀ। ਨੂਰ ਜਹਾਂ ਦੀ ਮੌਤ ਕਦੋਂ ਹੋਈ ਸੀ? 1645 ਦੇ ਵਿੱਚ ਜੀ। ਕਦੋਂ ਹੋਈ? 1645 ਦੇ ਵਿੱਚ। ਜਿਹੜਾ ਇਸ ਦਾ ਮਕਬਰਾ ਬਣਿਆ ਹੋਇਆ ਇਸ ਦਾ ਸਾਹਦਰਾ ਦੇ ਵਿੱਚ ਬਣਿਆ ਹੋਇਆ ਜੀ। ਉੱਥੇ ਸਾਹਦਰਾ ਜਿੱਥੇ ਕਿ ਆਪਾਂ ਪੜਾਂਗੇ ਜਹਾਂਗੀਰ ਦਾ ਮਕਬਰਾ ਬਣਾਇਆ ਜੀ ਲਾਹੌਰ ਦੇ ਵਿੱਚ ਹੀ ਹੈ, ਜਿਸ ਦਾ ਵੀ ਸਾਹਦਰਾ ਦੇ ਵਿੱਚ। ਇਸ ਦਾ ਜਿਹੜਾ ਜਹਾਂਗੀਰ ਦਾ ਮਕਬਰਾ ਸਾਹਦਰਾ ਦੇ ਨੇੜੇ ਲਾਹੌਰ ਦੇ ਵਿੱਚ ਬਣਿਆ ਹੋਇਆ ਜੀ। ਤੇ ਜਿਹੜੀ ਆਪਾਂ ਨੂਰ ਮਹਿਲ ਦਾ ਵੀ ਜਿਹੜਾ ਮਕਬਰਾ ਕਿੱਥੇ ਬਣਿਆ ਹੋਇਆ ਹੈ? ਸਾਹਦਰਾ ਦੇ ਵਿੱਚ ਜੀ। 1645 ਦੇ ਵਿੱਚ ਇਸ ਦੀ ਮੌਤ ਹੋਈ ਸੀ। ਇਸਨੇ ਆਪਣਾ ਅੰਤਮ ਜੀਵਨ ਕਿੱਥੇ ਗੁਜ਼ਾਰਿਆ ਸੀ? ਲਾਹੌਰ ਦੇ ਵਿੱਚ ਜੀ। ਕੁਐਸਚਨ ਨੰਬਰ 35 ਦੇਖਦੇ ਹਾਂ, ਈਸਟ ਇੰਡੀਆ ਕੰਪਨੀ ਭਾਰਤ ਆਈ ਜੀ। ਜਿਹੜੀ ਈਸਟ ਇੰਡੀਆ ਕੰਪਨੀ ਭਾਰਤ ਆਈ, ਇੱਕ ਤਾਂ ਕੁਐਸਚਨ ਪੁੱਛਿਆ ਜਾਂਦਾ ਜੀ ਜਿਹੜੀ ਈਸਟ ਇੰਡੀਆ ਕੰਪਨੀ ਭਾਰਤ ਆਈ ਕਿਸ ਸਮੇਂ ਆਈ? ਇੱਕ ਪੁੱਛਿਆ ਜਾਂਦਾ ਵੀ ਜਿਹੜਾ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਿਸ ਦੇ ਸਮੇਂ ਹੋਈ ਹੈ ਜੀ। ਠੀਕ ਹੈ ਨਾ, ਇਹ ਕੁਐਸਚਨਾਂ ਦੇ ਵਿੱਚ ਫਰਕ ਆ ਜੀ। ਤਾਂ ਇੱਥੇ ਕੀ ਆ, ਜਿਹੜੀ ਈਸਟ ਇੰਡੀਆ ਕੰਪਨੀ 'ਚ ਭਾਰਤ ਆਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਸ ਸਮੇਂ ਦੇ ਵਿੱਚ ਆਈ ਹੈ ਜੀ? ਜਹਾਂਗੀਰ ਦੇ ਸਮੇਂ ਦੇ ਵਿੱਚ ਜੀ। ਜਹਾਂਗੀਰ ਦੇ ਸਮੇਂ ਦੇ ਵਿੱਚ ਜੀ। ਜਿਹੜੀ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਆਈ ਆ ਜਹਾਂਗੀਰ ਦੇ ਸਮੇਂ ਵਿੱਚ ਆਈ ਆ। ਜਿਹੜੀ ਐਸਟੈਬਲਿਸ਼ ਹੋਈ ਆ ਜਿਹੜੀ ਇੰਗਲੈਂਡ ਦੇ ਵਿੱਚ ਉਹ ਹੋਈ ਸੀ ਅਕਬਰ ਦੇ ਸਮੇਂ ਜੀ। ਕੁਐਸਚਨ ਨੰਬਰ 37 ਦੇਖਦੇ ਹਾਂ, ਜਹਾਂਗੀਰ ਅਤੇ ਉਸਦੇ ਪੁੱਤਰ ਖੁਸਰੋ ਵਿੱਚ ਭੇਰਾਵਾਲ ਦਾ ਯੁੱਧ ਆਪਾਂ ਕਰ ਚੁੱਕੇ ਹਾਂ। 1606 ਦੇ ਵਿੱਚ ਹੋਇਆ ਸੀ ਕਿਉਂਕਿ ਗੱਦੀ ਤੇ ਬੈਠਣ ਸਮੇਂ ਹੀ ਜਿਹੜਾ ਖੁਸਰੋ ਨੇ ਵਿਦਰੋਹ ਕਰ ਦਿੱਤਾ ਸੀ, ਇਸ ਕਰਕੇ ਭੇਰਾਵਾਲ ਦਾ ਯੁੱਧ 1606 ਦੇ ਵਿੱਚ ਹੀ ਹੋਵੇਗਾ ਜੀ। ਸੂਰਦਾਸ ਮੋਸਟ ਇੰਪੋਰਟੈਂਟ ਕਹਿ ਸਕਦੇ ਹਾਂ, ਕਿਸ ਦਾ ਸਮਕਾਲੀ ਸੀ? ਇਸ ਤਰ੍ਹਾਂ ਕੁਐਸਚਨ ਬਣ ਸਕਦਾ। ਜਹਾਂਗੀਰ ਦਾ ਜਿਹੜੇ ਦਰਬਾਰ ਦਾ ਵਿੱਚ ਰਹਿੰਦਾ ਸੀ ਜੀ ਇਹ ਸੂਰਦਾਸ ਮੋਸਟ ਇੰਪੋਰਟੈਂਟ ਆ ਜੀ। ਠੀਕ ਹੈ ਨਾ, ਸ਼ਾਇਦ ਇਹ ਅੱਖਾਂ ਤੋਂ ਅੰਨਾ ਸੀ ਜਿਹੜਾ ਸੂਰਦਾਸ ਸੀ। ਕੁਐਸਚਨ ਨੰਬਰ 38 ਦੇਖਦੇ ਹਾਂ, ਚਿੱਤਰਕਲਾ ਦਾ ਸੁਨਹਿਰੀ ਯੁੱਗ ਕਿਸ ਦੇ ਸਮੇਂ ਨੂੰ ਕਿਹਾ ਜਾਂਦਾ ਜੀ? ਇਹ ਵੀ ਜਹਾਂਗੀਰ ਦੇ ਸਮੇਂ ਨੂੰ ਕਿਹਾ ਜਾਂਦਾ ਕਿਉਂਕਿ ਜਹਾਂਗੀਰ ਜਿਹੜਾ ਖੁਦ ਵੀ ਇੱਕ ਉੱਚ ਕੋਟੀ ਦਾ ਚਿੱਤਰਕਾਰ ਸੀ। ਇਸਨੇ ਇਹ ਕਿਹਾ ਸੀ ਜੇਕਰ ਕੋਈ 10 ਚਿੱਤਰਕਾਰ ਇੱਕ ਤਸਵੀਰ ਨੂੰ ਮਿਲ ਕੇ ਬਣਾ ਦੇਣ ਤਾਂ ਮੈਂ ਦੱਸ ਸਕਦਾ ਕਿ ਇਸ ਦੇ ਵੱਖ-ਵੱਖ ਪਾਰਟ ਉਹ ਕਿਹੜੇ ਚਿੱਤਰਕਾਰ ਦੁਆਰਾ ਬਣਾਏ ਗਏ ਨੇ। ਇਸ ਕਰਕੇ ਇਸ ਨੂੰ ਕਲਾ ਨਾਲ ਜਿਹੜੀ ਚਿੱਤਰਕਲਾ ਨਾਲ ਇੰਨੀ ਜ਼ਿਆਦਾ ਰੁਚੀ ਸੀ ਜੀ। ਕੁਐਸਚਨ ਨੰਬਰ 39 ਦੇਖਦੇ ਹਾਂ, ਮੁਗਲ ਸਮਰਾਟ ਜਹਾਂਗੀਰ ਅਤੇ ਮੇਵਾੜ ਦੇ ਰਾਣਾ ਅੰਬਰ ਸਿੰਘ ਵਿਚਕਾਰ ਇੱਕ ਸੰਧੀ ਹੋਈ ਸੀ ਜੀ। ਕਦੋਂ ਹੋਈ? 1615 ਦੇ ਵਿੱਚ ਜੀ। ਇਹ ਸੰਧੀ ਹੋਈ 1615 ਦੇ ਵਿੱਚ। ਕਿਹਦੇ ਵਿੱਚ ਹੋਈ ਹੈ ਜੀ? ਮੁਗਲ ਸਮਰਾਟ ਅਤੇ ਮੇਵਾੜ ਦਾ ਰਾਣਾ ਅੰਬਰ ਸਿੰਘ ਕਿਸ ਦਾ ਪੁੱਤਰ ਸੀ? ਮਹਾਰਾਣਾ ਪ੍ਰਤਾਪ ਦਾ ਜੀ। ਤਾਂ ਇੱਥੇ ਇਹਨਾਂ ਦੇ ਵਿਚਕਾਰ ਇੱਕ ਸੰਧੀ ਹੁੰਦੀ ਆ ਕਿਉਂਕਿ ਜਿਹੜਾ ਮਹਾਰਾਣਾ ਪ੍ਰਤਾਪ ਨੇ ਕਦੇ ਵੀ ਆਪਣੀ ਜਾਂ ਜਿਹੜੀ ਮੇਵਾੜ ਨੇ ਆਪਣੀ ਕਦੇ ਜਿਹੜੀ ਅਧੀਨਤਾ ਸਵੀਕਾਰ ਨਹੀਂ ਕੀਤੀ ਸੀ, ਪਰ ਇੱਥੇ ਆ ਕੇ ਜਿਹੜਾ ਅੰਬਰ ਸਿੰਘ ਆ ਉਸਨੂੰ ਸ਼ਾਹਜਹਾਂ ਨੇ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ ਸੀ। ਸ਼ਾਹਜਹਾਂ ਜਿਹੜਾ ਇਸ ਤੋਂ ਜਿੱਤ ਪ੍ਰਾਪਤ ਕਰ ਲੈਂਦਾ ਜੀ। ਕੁਐਸਚਨ ਨੰਬਰ 40 ਦੇਖਦੇ ਹਾਂ, ਮੁਗਲ ਸਾਮਰਾਜ ਦੇ ਇਤਿਹਾਸ ਵਿੱਚ 1611 ਤੋਂ ਲੈ ਕੇ 1627 ਤੱਕ ਦਾ ਸਮਾਂ ਜਿਹੜਾ ਕਿਸ ਅਧੀਨ ਆਉਂਦਾ ਜੀ? ਨੂਰ ਜਹਾਂ ਦਾ ਸਮਾਂ ਮੰਨਿਆ ਜਾਂਦਾ ਜੀ ਕਿਉਂਕਿ ਜਿਹੜਾ ਜਹਾਂਗੀਰ ਦਾ ਨੂਰ ਜਹਾਂ ਨਾਲ ਵਿਆਹ 1611-12 ਦੇ ਵਿੱਚ ਹੋਇਆ ਜੀ। ਇਹ ਕਿਤਾਬਾਂ 1611 ਕਹੀ ਤੇ 1612 ਮਿਲਦਾ ਸੌਰੀ। ਤਾਂ ਇਸ ਕਰਕੇ 1611 ਤੋਂ ਲੈ ਕੇ 1627 ਤੱਕ ਦੇ ਸਮੇਂ ਨੂੰ ਨੂਰ ਜਹਾਂ ਦਾ ਸਮਾਂ ਮੰਨਿਆ ਜਾਂਦਾ ਜੀ। ਤਾਂ ਅੱਗੇ ਜਿਹੜਾ ਨੂਰ ਜਹਾਂ ਗੁੱਟ ਵਿੱਚ ਸ਼ਾਮਲ ਸਨ, ਨੂਰ ਜਹਾਂ ਗੁੱਟ ਵਿੱਚ ਸ਼ਾਮਲ ਕਿਹੜੇ ਕਿਹੜੇ ਆ ਜੀ? ਗਿਆਸ ਬੇਗ ਕੌਣ ਸੀ? ਨੂਰ ਜਹਾਂ ਦਾ ਪਿਤਾ। ਅਸਮਿਤ ਬੇਗਮ ਕੌਣ ਸੀ ਜੀ? ਨੂਰ ਜਹਾਂ ਦੀ ਮਾਤਾ। ਤੇ ਆਸਫ ਖਾਂ ਕੌਣ ਸੀ ਜੀ? ਨੂਰ ਜਹਾਂ ਦਾ ਭਰਾ। ਇਹ ਸਾਰੇ ਜਿਹੜੇ ਕਿਸ ਗੁੱਟ ਵਿੱਚ ਸੀ? ਨੂਰ ਜਹਾਂ ਗੁੱਟ ਵਿੱਚ ਸ਼ਾਮਲ ਸਨ। ਤੱਕ ਕਿ ਸ਼ਾਹਜਹਾਂ ਵੀ ਨੂਰ ਜਹਾਂ ਗੁੱਟ ਦੇ ਵਿੱਚ ਮੰਨਿਆ ਜਾਵੇਗਾ ਜੀ। ਕੁਐਸਚਨ ਨੰਬਰ 42 ਦੇਖਦੇ ਹਾਂ ਨੂਰ ਜਹਾਂ ਨੇ ਗਿਆਸ ਬੇਗ ਦੀ ਯਾਦ ਵਿੱਚ ਇਤਮਾਦ ਉਦੌਲਾ ਦਾ ਮਕਬਰਾ ਜਿਹੜਾ ਬਣਾਇਆ ਸੀ। ਇਹ ਆਪਾਂ
ਪਹਿਲਾਂ ਵੀ ਕਰ ਚੁੱਕੇ ਕਰ ਬਣਵਾਇਆ ਜ਼ਰੂਰ ਸੀ, ਪਰ ਇੱਥੇ ਕਿੱਥੇ ਬਣਾਇਆ ਸੀਗਾ ਜੀ, ਇਹ ਵੀ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਜੀ। ਕਿੱਥੇ ਬਣਾਇਆ ਸੀ? ਆਗਰੇ ਦੇ ਵਿੱਚ ਬਣਾਇਆ ਗਿਆ ਸੀ ਜੀ। ਇਤਮਾਦ ਉਦ-ਦੌਲਾ ਦਾ ਜਿਹੜਾ ਮਕਬਰਾ ਕਿੱਥੇ ਬਣਿਆ ਹੋਇਆ? ਆਗਰੇ ਦੇ ਵਿੱਚ ਬਣਿਆ ਹੋਇਆ ਜੀ, ਯਾਦ ਰੱਖਣ ਦੀ ਗੱਲ ਹੈ। ਕੁਐਸਚਨ ਨੰਬਰ 43 ਦੇਖਦੇ ਹਾਂ। ਜਹਾਂਗੀਰ ਨੇ ਸ਼ਾਹਜਹਾਂ ਦੀ ਉਪਾਧੀ ਦਿੱਤੀ ਸੀ, ਜਿਹੜੀ ਜਹਾਂਗੀਰ ਨੇ ਸ਼ਾਹਜਹਾਂ ਦੀ ਉਪਾਧੀ ਦਿੱਤੀ, ਕਿਸ ਨੂੰ ਦਿੱਤੀ ਸੀ? ਖੁਰਮ ਨੂੰ। ਆਪਣੇ ਪੁੱਤਰ ਕਿਹੜੇ ਨੂੰ ਦਿੱਤੀ ਸੀ? ਖੁਰਮ ਨੂੰ ਦਿੱਤੀ ਸੀ, ਠੀਕ ਹੈ ਨਾ। ਬਾਕੀ ਪੁੱਤਰਾਂ ਦੀ ਆਪਾਂ ਗੱਲ ਅੱਗੇ ਜਾ ਕੇ ਕਰਾਂਗੇ ਜੀ। ਤੁਝ ਕੇ ਜਹਾਂਗੀਰੀ ਦਾ ਲੇਖਕ ਕੌਣ ਹੈ? ਕਿਉਂਕਿ ਤੁਝ ਕੇ ਜਹਾਂਗੀਰੀ ਜੋ ਕਿ ਆਪਣਾ ਜਹਾਂਗੀਰ ਦੁਆਰਾ ਲਿਖੀ ਹੋਈ ਇੱਕ ਆਤਮ ਕਥਾ, ਜੋ ਇਸ ਕਰਕੇ ਇਸਦਾ ਜਿਹੜਾ ਰਾਈਟਰ ਕੌਣ ਆ ਜੀ? ਜਹਾਂਗੀਰ ਖੁਦ ਹੀ ਹੈ ਜੀ। ਤੁਝ ਕੇ ਜਹਾਂਗੀਰੀ, ਠੀਕ ਹੈ ਨਾ, ਯਾਦ ਰੱਖਿਓ ਜੀ। ਤੁਝ ਕੇ ਜਹਾਂਗੀਰੀ, ਸੌਰੀ, ਤੁਝ ਕੇ ਜਹਾਂਗੀਰੀ, ਇੱਕ ਮਿੰਟ ਜੀ, ਸੌਰੀ, ਤੁਝ ਕੇ ਜਹਾਂਗੀਰੀ। ਕੁਐਸਚਨ ਨੰਬਰ ਆਪਾਂ ਕਰ ਰਹੇ ਸੀ ਜੀ, ਹਾਂਜੀ, ਆਪਾਂ ਕਰ ਰਹੇ ਸੀ ਜਿਹੜਾ ਜਹਾਂਗੀਰ ਨੇ ਸ਼ਾਹਜਹਾਂ ਦੀ ਉਪਾਧੀ ਕਿਸ ਨੂੰ ਦਿੱਤੀ? ਪੁੱਤਰ ਖੁਰਮ ਨੇ। ਇਹ ਵੀ ਹੋ ਗਿਆ ਜੀ। ਤੁਝ ਕੇ ਜਹਾਂਗੀਰ ਦਾ ਲੇਖਕ ਜਹਾਂਗੀਰ ਹੋ ਗਿਆ ਜੀ। ਤੇ ਇਹ ਆਪਣਾ ਫਾਰਸੀ ਦੇ ਵਿੱਚ ਲਿਖੀ ਹੋਈ ਹੈ ਜੀ। ਅੱਗੇ ਆਪਾਂ ਗੱਲ ਕਰਾਂਗੇ ਇਸ ਬਾਰੇ। ਕੁਐਸਚਨ ਨੰਬਰ 45 ਦੇਖਦੇ ਹਾਂ। ਕੈਪਟਨ ਹੌਕਿੰਸ ਆਇਆ, ਜਿਹੜਾ ਅੰਗਰੇਜ਼ਾਂ ਦੁਆਰਾ ਜਿਹੜਾ ਪਹਿਲਾਂ ਭੇਜਿਆ ਗਿਆ ਜਿਹੜਾ ਵਿਅਕਤੀ ਸੀ ਸ਼ਾਸਨ ਵਿੱਚ ਆਇਆ ਸੀ, ਕੈਪਟਨ ਹੌਕਿੰਸ। ਕਦੋਂ ਆਇਆ ਸੀ? ਕਈ ਵਾਰੀ ਸਨ ਪੁੱਛਿਆ ਜਾਂਦਾ ਜੀ, ਜਾਂ ਕੌਣ ਆਇਆ ਸੀ ਇਹ ਪੁੱਛਿਆ ਜਾਂਦਾ ਜੀ। ਜਿਹੜਾ ਜਹਾਂਗੀਰ ਦੇ ਸਮੇਂ ਵਿੱਚ ਅਕਬਰ ਦੇ ਨਾਂ ਦਾ ਜਿਹੜਾ ਆਗਿਆ ਪੱਤਰ ਲੈ ਕੇ ਆਇਆ ਸੀ, ਜੇਮਸ ਪ੍ਰਥਮ ਤੋਂ ਉੱਧਰੋਂ ਜੀ। ਕੌਣ ਆਇਆ ਸੀ? ਜਦ ਤਾਂ ਇਹ ਕੁਐਸਚਨ ਪੁੱਟ ਕੀਤਾ ਜਾਊਗਾ, ਜਹਾਂਗੀਰ ਦੇ ਦਰਬਾਰ ਵਿੱਚ ਆਉਣ ਵਾਲਾ ਜਿਹੜਾ ਪਹਿਲਾ ਅੰਗਰੇਜ਼ ਸੀ ਜਿਹੜਾ ਉਸਦੇ ਦਰਬਾਰ ਵਿੱਚ ਕੌਣ ਆਇਆ ਸੀ? ਕੈਪਟਨ ਹੌਕਿੰਸ। ਕਦੋਂ ਆਇਆ ਸੀ ਜੀ? 1608 ਦੇ ਵਿੱਚ ਜੀ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ। ਕੈਪਟਨ ਹੌਕਿੰਸ, ਜਿਸ ਨੂੰ ਇੰਗਲਿਸ਼ ਖਾਂ ਦੀ ਉਪਾਧੀ ਵੀ ਮਿਲੇਗੀ ਜੀ ਅੱਗੇ ਜਾ ਕੇ। ਜੇਮਜ਼ ਪਹਿਲੇ ਦਾ ਪ੍ਰਤੀਨਿਧ ਸਰ ਥਾਮਸ ਰੋ ਜਿਹੜਾ ਪਹਿਲਾ ਆਇਆ ਸੀ, ਉਹ ਬੇਸ਼ੱਕ ਕੁਝ ਸਹੂਲਤਾਂ ਲੈਣ ਦੇ ਵਿੱਚ ਅਸਫਲ ਰਿਹਾ ਸੀ। ਇਸ ਤੋਂ ਬਾਅਦ ਕੌਣ ਆਇਆ ਜੀ? ਥਾਮਸ ਰੋ, ਸਰ ਥਾਮਸ ਰੋ ਕਹਿ ਦਿੰਦੇ ਹਾਂ ਜੀ ਆਪਾਂ, ਠੀਕ ਹੈ। ਇਹ ਕਦੋਂ ਆਇਆ ਸੀ? 1615 ਦੇ ਵਿੱਚ ਜੀ। ਇਹ ਵੀ ਕਿਸ ਸਮੇਂ ਦੇ ਵਿੱਚ ਆਇਆ? ਜਹਾਂਗੀਰ ਦੇ ਸਮੇਂ ਦੇ ਵਿੱਚ ਆਇਆ ਸੀਗਾ ਜੀ, ਠੀਕ ਹੈ। ਤੇ ਸੈਕੰਡ ਆਉਣ ਵਾਲਾ ਕੌਣ ਸੀਗਾ? ਥਾਮਸ ਰੋ, 1615 ਦੇ ਵਿੱਚ। ਇਸ ਨੇ ਕੁਝ ਵਪਾਰਕ ਸਹੂਲਤਾਂ ਲੈਣ ਦੇ ਵਿੱਚ ਸਫਲਤਾ ਪ੍ਰਾਪਤ ਕਰ ਲਈ ਸੀ। ਕੁਐਸਚਨ ਨੰਬਰ 47 ਆਪਾਂ ਕਰ ਚੁੱਕੇ ਹਾਂ। ਜਿਹੜੀ ਜਹਾਂਗੀਰ ਦੀ ਮਾਤਾ ਨਾਮ ਸੀਗੀ ਮਰੀਮ ਉਜ਼ਮਾਨੀ, ਠੀਕ ਹੈ ਨਾ, ਯੋਧਾ, ਠੀਕ ਹੈ ਨਾ, ਹਰਖਾ ਬਾਈ ਨੂੰ ਜਿਸ ਦੇ ਨਾਂ ਨਾਲ ਜਾਣਿਆ ਜਾਂਦਾ ਜੀ। ਕੁਐਸਚਨ ਨੰਬਰ 48 ਦੇਖਦੇ ਹਾਂ। ਜਹਾਂਗੀਰ ਤਾਜਪੋਸ਼ੀ ਹੋਈ ਸੀ, ਕਿੱਥੇ ਹੋਈ ਸੀ? ਆਗਰਾ ਦੇ ਵਿੱਚ। ਇਹ ਵੀ ਆਪਣਾ ਕੁਐਸਚਨ ਰਿਪੀਟ ਹੋ ਰਿਹਾ ਜੀ। ਕਿੱਥੇ ਹੋਈ ਸੀ ਤਾਜਪੋਸ਼ੀ? ਆਗਰਾ ਦੇ ਵਿੱਚ ਜੀ। ਕੁਐਸਚਨ ਨੰਬਰ 49 ਦੇਖਦੇ ਹਾਂ। ਨੂਰ ਜਹਾਂ ਦਾ ਸ਼ਬਦੀ ਅਰਥ ਕੀ ਹੈ ਜੀ? ਕੀ ਅਰਥ ਆ ਜੀ? ਸੰਸਾਰ ਦਾ ਪ੍ਰਕਾਸ਼, ਠੀਕ ਹੈ ਨਾ। ਨੂਰ ਜਹਾਂ ਦਾ ਸ਼ਬਦੀ ਅਰਥ ਕੀ ਆ? ਜਿਹੜਾ ਸੰਸਾਰ ਦਾ ਪ੍ਰਕਾਸ਼ ਜੀ। ਜਹਾਂਗੀਰ ਨੂੰ ਦਫਨਾਇਆ ਗਿਆ, ਕਿੱਥੇ ਦਫਨਾਇਆ ਗਿਆ ਜੀ? ਲਾਹੌਰ ਦੇ ਵਿੱਚ। ਕਿੱਥੇ ਦਫਨਾਇਆ ਗਿਆ ਸੀ? ਲਾਹੌਰ ਦੇ ਵਿੱਚ ਜੀ। ਪਿਤਾ ਦੀ ਮੌਤ ਤੋਂ 8 ਦਿਨ ਬਾਅਦ ਰਾਜਗੱਦੀ ਤੇ ਬੈਠਿਆ ਸੀ। ਪਿਤਾ ਦੀ ਮੌਤ ਤੋਂ ਬਾਅਦ 8 ਦਿਨ ਬਾਅਦ ਰਾਜਗੱਦੀ ਤੇ ਬੈਠਿਆ ਸੀ। ਜਿਸ ਤਰ੍ਹਾਂ ਹਮਾਯੂ 3 ਦਿਨ ਬਾਅਦ ਬੈਠਿਆ ਸੀ। ਉਪਾਧੀ ਗਾਜੀ ਕਰ ਚੁੱਕੇ ਆਪਾਂ। ਜਿਹੜਾ ਜਹਾਂਗੀਰ ਨੂੰ ਜਿਹੜੀ ਉਪਾਧੀ ਮਿਲੀ ਹੋਈ ਸੀ, ਕਿਹੜੀ ਮਿਲੀ ਸੀ? ਗਾਜੀ ਦੀ ਉਪਾਧੀ ਜੀ। ਬਾਬਰ ਨੂੰ ਵੀ ਮਿਲੀ ਹੈ ਜੀ, ਠੀਕ ਹੈ ਨਾ। ਤੇ ਇੱਕ ਸਸਖੋਰ ਸੀ, ਦੱਸੋ ਕੌਣ ਸੀ? ਅਕਬਰ ਦੇ ਸਭ ਤੋਂ ਛੋਟੇ ਪੁੱਤਰ ਜਿਹੜਾ ਸੀ ਜਹਾਂਗੀਰ ਸੀ ਜੀ, ਸਭ ਤੋਂ ਛੋਟਾ ਪੁੱਤਰ ਸੀ। ਫਿਰ ਵੀ ਦੇਖੋ ਗੱਦੀ ਤੇ ਬੈਠ ਕੇ ਆਪਣੀ ਕਾਬਲੀਅਤ ਨਾਲ ਜੀ। ਜਹਾਂਗੀਰ ਸ਼ਰਾਬ, ਭੰਗ ਆਦਿ ਬੁਰਾਈਆਂ ਦੀ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ 54 ਦੇ ਵਿੱਚ, ਵੀ ਇਹ ਬੁਰਾਈਆਂ ਤੋਂ ਜਿਹੜਾ ਉਹ ਪ੍ਰਭਾਵਿਤ ਸੀ। ਸ਼ਰਾਬ, ਭੰਗ ਆਦਿ ਦੀ ਵਰਤੋਂ ਬਹੁਤ ਜ਼ਿਆਦਾ ਕਰਦਾ ਸੀ, ਠੀਕ ਹੈ ਨਾ ਜੀ। ਰਾਜਗੱਦੀ 3 ਨਵੰਬਰ 1605 ਗੱਲ ਕਰ ਚੁੱਕੇ ਹਾਂ। ਕਿੱਥੇ ਹੋਈ ਆ? ਆਗਰੇ ਦੇ ਵਿੱਚ ਜੀ। 55 ਨੰਬਰ ਕੁਐਸਚਨ ਦੁਬਾਰਾ ਰਿਪੀਟ ਹੈ ਜੀ। ਕੁਐਸਚਨ ਨੰਬਰ 56 ਦੇਖਦੇ ਹਾਂ। ਜਹਾਂਗੀਰ ਦੇ 5 ਪੁੱਤਰ ਤੇ 2 ਪੁੱਤਰੀਆਂ। ਹਾਂਜੀ, ਬੇਸ਼ੱਕ 2 ਜ਼ਿਆਦਾ ਇੰਪੋਰਟੈਂਟ ਆ, ਪਰ ਇੱਥੇ ਆਪਾਂ ਕਰ ਚੁੱਕੇ ਹਾਂ, ਕਰਵਾ ਦਿੰਦੇ ਹਾਂ ਜੀ। 5 ਪੁੱਤਰ ਤੇ 2 ਪੁੱਤਰੀਆਂ। ਜਿਹੜੇ ਜਹਾਂਗੀਰ ਦੇ 5 ਪੁੱਤਰ ਕਿਹੜੇ ਕਿਹੜੇ ਸੀ? ਦੇਖੋ ਜੀ, ਪੁੱਤਰ ਖੁਸਰੋ, ਖੁਰਮ। ਇਹ ਤਾਂ ਮੋਸਟ ਇੰਪੋਰਟੈਂਟ ਆ, ਯਾਦ ਰੱਖਣਾ ਜੀ। ਖੁਸਰੋ ਤੇ ਖੁਰਮ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ। ਖੁਸਰੋ ਕਿਸ ਦਾ ਪੁੱਤਰ ਸੀ? ਖੁਰਮ ਕਿਸ ਦਾ ਪੁੱਤਰ ਸੀ? ਇਸ ਤਰ੍ਹਾਂ ਵੀ ਕੁਐਸਚਨ ਬਣ ਸਕਦਾ। ਜਾਂ ਕਿਸੇ ਨੇ ਵਿਦਰੋਹ ਕੀਤਾ, ਕਿਹੜਾ ਰਾਜਗੱਦੀ ਤੇ ਬੈਠਿਆ ਤਾਂ, ਇਸ ਕਰਕੇ ਦੋਵੇਂ ਇੰਪੋਰਟੈਂਟ ਨੇ ਜੀ। ਹਾਂ, ਅੱਗੇ ਆ ਗਿਆ ਪਰਵੇਜ਼ ਕੌਣ ਸੀ ਜੀ? ਪਰਵੇਜ਼, ਸ਼ਹਿਰਜ਼ਾਰ, ਜਹਾਂਦਾਰ। ਜਿਹੜੇ ਅਗਲੇ 3 ਪੁੱਤਰ ਆ ਜੀ, ਉਹ ਕਿਹੜੇ ਆ? ਪਰਵੇਜ਼, ਸ਼ਹਿਰਜ਼ਾਰ, ਜਹਾਂਦਾਰ। ਸ਼ਹਿਰਜ਼ਾਰ ਕੌਣ ਆ ਜੀ? ਜਿਸ ਨਾਲ ਨੂਰ ਜਹਾਂ ਨੇ ਆਪਣੀ ਪੁੱਤਰੀ ਲਾਡਲੀ ਬੇਗਮ ਦਾ ਜਿਹੜਾ ਵਿਆਹ ਕਰਵਾਇਆ ਸੀ ਜੀ, ਸ਼ਹਿਰਜ਼ਾਰ। ਪੁੱਤਰੀਆਂ
ਇਹਨਾਂ ਬਾਰੇ ਵੀ ਕੁਐਸਚਨ ਪੇਪਰ ਦੇ ਵਿੱਚ ਨਹੀਂ ਪੁੱਛਿਆ ਜਾਵੇਗਾ। ਨਿਸਾਰ ਬੇਗਮ ਤੇ ਬਹਾਰ ਬਾਨੋ ਬੇਗਮ ਇਹ ਦੋ ਪੁੱਤਰੀਆਂ ਸੀ ਜਹਾਂਗੀਰ ਦੀਆਂ ਜੀ, ਠੀਕ ਹੈ ਨਾ। ਸਿੱਖਾਂ ਦੇ ਪੰਜਵੇਂ ਗੁਰੂ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, ਤੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਆ, ਠੀਕ ਹੈ ਨਾ ਜੀ, ਉਹ ਕੀ ਹੈ, ਹਾਂਜੀ, ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੈ ਜਿਹੜੀ ਖੁਸਰੋ ਖਾਨ ਦੇ ਕਰਕੇ ਸਮਰਥਨ ਦੇਣ ਕਰਕੇ ਹੋਈ ਸੀ। ਆਪਾਂ ਕੁਐਸਚਨ ਪੇਪਰ ਵਿੱਚ ਆਲਰੇਡੀ ਕਰ ਚੁੱਕੇ ਹਾਂ ਜੀ। ਕੁਐਸਚਨ ਨੰਬਰ 58 ਦੇਖਦੇ ਹਾਂ ਜੀ। ਜਿਹੜਾ ਸ਼ਾਹਜਹਾਂ ਵਿਦਰੋਹ, ਜਿਹੜਾ ਸ਼ਾਹਜਹਾਂ ਨੇ ਵਿਦਰੋਹ ਕੀਤਾ ਸੀ, ਕਦੋਂ ਕੀਤਾ? 1623 ਤੋਂ ਲੈ ਕੇ 1626 ਦੇ ਦਰਮਿਆਨ ਜੀ ਦੇ ਵਿੱਚ ਕੀਤਾ ਵਿਦਰੋਹ। ਸ਼ਾਹਜਹਾਂ ਦੁਆਰਾ ਕੀਤਾ ਗਿਆ ਵਿਦਰੋਹ ਸੀ। ਸ਼ਾਹਜਹਾਂ ਨੂੰ ਲੱਗਿਆ ਕਿ ਨੂਰਜਹਾਂ, ਕਿਉਂ ਵਿਦਰੋਹ ਕੀਤਾ ਸ਼ਾਹਜਹਾਂ ਨੇ? ਵਿਦਰੋਹ ਕਰਨ ਦਾ ਕਾਰਨ ਕੀ ਸੀ? ਉਸ ਨੂੰ ਲੱਗਿਆ ਜੀ ਨੂਰਜਹਾਂ ਉਸ ਨੂੰ ਸ਼ਾਸਨ ਤੋਂ ਵੱਖ ਕਰਨ ਦਾ ਯਤਨ ਕਰ ਰਹੀ ਹੈ ਜੀ। ਬੇਸ਼ੱਕ ਇਹ ਗੱਲ ਜਿਹੜੀ ਬਿਲਕੁਲ ਢੁਕਵੀਂ ਵੀ ਸੀ, ਕਿਉਂਕਿ ਨੂਰਜਹਾਂ ਸ਼ਾਹਜਹਾਂ ਦੇ ਹੱਕ ਵਿੱਚ ਨਹੀਂ ਸੀ ਜੀ। ਇਸ ਕਰਕੇ ਜਿਹੜਾ ਸ਼ਾਹਜਹਾਂ ਨੇ 1623 ਤੋਂ ਲੈ ਕੇ 1626 ਦੇ ਵਿੱਚ ਇੱਕ ਵੱਡੀ ਤਾਦਾਦ ਦੇ ਵਿੱਚ ਚੰਗਾ ਵਿਦਰੋਹ ਜਿਹੜਾ ਖੜਾ ਕਰ ਦਿੱਤਾ ਜਹਾਂਗੀਰ ਦੇ ਪ੍ਰਤੀ। ਕੁਐਸਚਨ ਨੰਬਰ 59 ਦੇਖਦੇ ਹਾਂ ਜੀ। ਪ੍ਰਵੇਸ਼ ਅਤੇ ਉਸ ਦੇ ਸਮਰਥਕ ਮਹਾਵਤ ਖਾਨ ਨੇ ਵਿਦਰੋਹ ਨੂੰ ਦਬਾਇਆ ਸੀ ਜੀ। ਜਿਹੜਾ ਇਸ ਵਿਦਰੋਹ ਸ਼ਾਹਜਹਾਂ ਦੇ ਵਿਦਰੋਹ ਨੂੰ ਦਬਾਉਣ ਵਾਲੇ ਕਿਹੜੇ ਸੀ? ਇੱਕ ਤਾਂ ਪ੍ਰਵੇਸ਼ ਕੌਣ ਸੀ? ਜਹਾਂਗੀਰ ਦਾ ਪੁੱਤਰ ਜੀ। ਦੂਸਰਾ ਮਹਾਵਤ ਖਾਨ, ਇੱਕ ਉਸ ਦਾ ਸਮਰਥਕ ਸੀ ਜੰਗਾ, ਉਹਨਾਂ ਨੇ ਇਸ ਵਿਦਰੋਹ ਨੂੰ ਦਬਾ ਦਿੱਤਾ ਸੀ ਜੀ। ਕੁਐਸਚਨ ਨੰਬਰ 60 ਦੇਖਦੇ ਹਾਂ। ਸ਼ਾਹਜਹਾਂ ਦੇ ਵਿਦਰੋਹ ਸਮੇਂ ਈਰਾਨੀਆਂ ਨੇ ਕੰਧਾਰ ਤੇ ਕਬਜ਼ਾ ਕਰ ਲਿਆ ਜੀ। ਇਹ ਵੀ ਮੋਸਟ ਇੰਪੋਰਟੈਂਟ ਹੈ। ਜਦੋਂ ਸ਼ਾਹਜਹਾਂ ਨੇ ਵਿਦਰੋਹ ਕੀਤਾ ਤਾਂ ਈਰਾਨੀਆਂ ਨੇ ਕਿੱਥੇ ਕਬਜ਼ਾ ਕਰ ਲਿਆ ਜੀ? ਕੰਧਾਰ ਤੇ ਜੀ। ਗੰਧਾਰ ਯਾਦ ਰੱਖਣਾ, ਕੰਧਾਰ। ਮਹਾਵਤ ਖਾਨ ਦਾ ਵਿਦਰੋਹ, ਜਿਹੜਾ ਮਹਾਵਤ ਖਾਨ ਨੇ ਉਸ ਤੋਂ ਬਾਅਦ ਅੱਗੇ ਜਾ ਕੇ ਵਿਦਰੋਹ ਕੀਤਾ, ਕਿਉਂ ਕੀਤਾ? ਕਿਉਂਕਿ ਉਸ ਦਾ ਵੀ ਇੱਕ ਕਾਰਨ ਸੀ, ਕਿਉਂਕਿ ਪ੍ਰਵੇਸ਼ ਅਤੇ ਮਹਾਵਤ ਖਾਨ ਦੀ ਜਿਹੜੀ ਚੰਗੀ ਦੋਸਤੀ ਸੀ ਦੋਵਾਂ ਦੀ। ਕਿਸ ਦੀ? ਪ੍ਰਵੇਸ਼ ਅਤੇ ਮਹਾਵਤ ਖਾਨ ਦੀ, ਜਿਨ੍ਹਾਂ ਨੇ ਸ਼ਾਹਜਹਾਂ ਦੇ ਵਿਦਰੋਹ ਨੂੰ ਦਬਾਇਆ ਸੀ। ਤੇ ਨੂਰਜਹਾਂ ਨੇ ਇਹਨਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਕੀ ਹੋਇਆ? ਮਹਾਵਤ ਖਾਨ ਨੇ ਵਿਦਰੋਹ ਕਰ ਦਿੱਤਾ, ਪਰ ਨੂਰਜਹਾਂ ਨੇ ਆਪਣੀ ਕੂਟਨੀਤੀ ਨਾਲ ਉਸ ਨੂੰ ਇੱਥੋਂ ਭੱਜਣ ਲਈ ਮਜਬੂਰ ਕਰ ਦਿੱਤਾ, ਜਿਸ ਕਰਕੇ ਉਹ ਦੱਖਣ ਦੇ ਵਿੱਚ ਚਲਾ ਜਾਂਦਾ ਜੀ। ਹਾਂਜੀ, ਇਹ ਗੱਲ ਤੁਸੀਂ ਯਾਦ ਰੱਖ ਸਕਦੇ ਹੋ ਆਮ ਤੌਰ 'ਤੇ। ਮੇਵਾੜ ਅਭਿਆਨ, ਜਹਾਂਗੀਰ ਨੇ ਮੇਵਾੜ ਨੂੰ ਜਿੱਤਣ ਲਈ ਕਈ ਮੁਹਿੰਮਾਂ ਭੇਜੀਆਂ, ਪਰ ਅਸਫਲ ਰਿਹਾ, ਠੀਕ ਹੈ ਨਾ। ਤਾਂ ਸਭ ਤੋਂ ਪਹਿਲਾਂ ਜਿਹੜੀ ਮੇਵਾੜ ਤੇ ਮੁਹਿੰਮ ਭੇਜੀ ਸੀ, ਪ੍ਰਵੇਸ਼ 1605 ਦੇ ਅਧੀਨ ਭੇਜੀ ਗਈ। ਜਹਾਂਗੀਰ ਨੇ ਜਿਹੜੀ ਸਭ ਤੋਂ ਪਹਿਲਾਂ ਮੇਵਾੜ ਤੇ ਮੁਹਿੰਮ ਭੇਜੀ 1605 ਦੇ ਵਿੱਚ ਪ੍ਰਵੇਸ਼ ਦੇ ਅਧੀਨ ਭੇਜੀ ਜੀ। ਸੈਕੰਡ ਭੇਜੀ ਸੀ 1608 ਦੇ ਵਿੱਚ, ਕਿਸ ਦੇ ਅਧੀਨ ਭੇਜੀ ਸੀ? ਮਹਾਵਤ ਖਾਨ ਦੇ। ਇਹ ਵੀ ਜਿਹੜਾ ਅਸਫਲ ਰਿਹਾ ਜੀ। ਅੱਗੇ 1609 ਦੇ ਵਿੱਚ ਅਬਦੁਲ ਖਾਨ ਨੂੰ ਭੇਜਿਆ, ਇਹ ਵੀ ਜਿਹੜਾ ਜਿੱਤਣ ਵਿੱਚ ਮੇਵਾੜ ਨੂੰ ਅਸਫਲ ਰਿਹਾ ਜੀ, 1609 ਵਾਲਾ। ਨੈਕਸਟ ਅੰਤਮ ਰੂਪ ਵਿੱਚ ਮੇਵਾੜ ਤੇ ਅਧਿਕਾਰ ਕਰਨ ਵਿੱਚ ਕੌਣ ਸਫਲ ਹੁੰਦਾ ਜੀ? ਖੁਰਮ ਕੌਣ ਸੀ? ਸ਼ਾਹਜਹਾਂ ਜੀ, ਜਿਸ ਦਾ ਦੂਸਰਾ ਨਾਮ ਸੀ ਸ਼ਾਹਜਹਾਂ, ਠੀਕ ਹੈ ਨਾ। ਤੇ ਉੱਥੋਂ ਦੇ ਸ਼ਾਸਕ ਅੰਬਰ ਸਿੰਘ ਨੂੰ, ਜੋ ਕਿ ਮਹਾਰਾਣਾ ਪ੍ਰਤਾਪ ਦਾ ਪੁੱਤਰ ਸੀ, ਉਸ ਨੂੰ ਹਰਾ ਕੇ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ। ਸੋ ਇਸ ਕਰਕੇ ਜਿਹੜਾ ਮੇਵਾੜ ਨੂੰ ਜਿੱਤਣ ਵਿੱਚ ਸਫਲ ਕੌਣ ਹੋਇਆ ਜੀ? ਸ਼ਾਹਜਹਾਂ, ਜਿਸ ਨੇ ਅੰਬਰ ਸਿੰਘ ਨੂੰ ਹਰਾਇਆ ਤੇ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ ਜੀ। ਜਿਹੜੀ ਇਹ ਸੰਧੀ ਹੋਈ ਸੀ ਕਦੋਂ ਹੋਈ ਸੀ? 1614 ਦੇ ਵਿੱਚ ਜੀ। ਅੰਬਰ ਸਿੰਘ ਤੇ ਖੁਰਮ ਦੇ ਵਿਚਕਾਰ ਜਿਹੜੀ ਸੰਧੀ ਹੋਈ ਆ ਮੇਵਾੜ ਨੂੰ ਜਿੱਤਣ ਤੋਂ ਬਾਅਦ, ਉਹ ਕਿਹੜੀ ਸੰਧੀ ਸੀ ਜੀ? 1614 ਦੇ ਵਿੱਚ ਹੋਈ ਆ। ਅੰਬਰ ਸਿੰਘ ਨੇ ਮੁਗਲਾਂ ਦੀ ਅਧੀਨਤਾ ਇੱਥੇ ਸਵੀਕਾਰ ਕਰ ਲਈ ਜੀ। ਕੁਐਸਚਨ ਨੰਬਰ 65 ਦੇਖਦੇ ਹਾਂ। ਅਕਬਰ ਦੇ ਸਮੇਂ ਖਾਨਦੇਸ਼ ਅਤੇ ਅਹਿਮਦਨਗਰ ਦੇ ਕੁਝ ਭਾਗ ਜਿੱਤ ਲਏ ਗਏ ਸੀ। ਪਿੱਛੇ ਆਪਾਂ ਗੱਲ ਕੀਤੀ ਆ, ਅਕਬਰ ਨੇ ਖਾਨਦੇਸ਼ ਦਾ ਕੁਝ ਇਲਾਕਾ ਤੇ ਕੁਝ ਅਹਿਮਦਨਗਰ ਦੇ ਨਗਰ ਜਿੱਤ ਲਏ, ਪਰ ਹਾਲੇ ਵੀ ਜਿਹੜਾ ਅਹਿਮਦਨਗਰ ਉਹ ਜਿੱਤਿਆ ਨਹੀਂ ਗਿਆ ਜੀ। ਤਾਂ ਇਹ ਕੀ ਹੋਇਆ ਜੀ? ਅਹਿਮਦਨਗਰ ਦੇ ਵਿੱਚ ਰਾਜ ਸਥਾਪਿਤ ਨਹੀਂ ਹੋਇਆ ਸੀ। 1621 ਵਿੱਚ ਜਿਹੜਾ ਇਹਨਾਂ ਦੇ ਵਿਚਕਾਰ ਇੱਕ ਸੰਧੀ ਹੁੰਦੀ ਹੈ ਜੀ। ਜਿਹੜਾ ਸ਼ਾਹਜਹਾਂ ਇੱਕ ਬਹੁਤ ਕਾਬਲ ਸੀ, ਇਹਨਾਂ ਦੋਹਾਂ ਦੇ ਵਿਚਕਾਰ ਖਾਨਦੇਸ਼ ਤੇ ਅਹਿਮਦਨਗਰ ਤੇ ਜਿਹੜੇ ਆਪਣਾ ਮੁਗਲਾਂ ਦੇ ਵਿਚਕਾਰ ਇੱਕ ਸੰਧੀ ਹੁੰਦੀ ਹੈ 1621 ਦੇ ਵਿੱਚ ਜੀ। ਉਸ ਤੋਂ ਬਾਅਦ ਕੀ ਹੁੰਦਾ ਜੀ? ਕੁਐਸਚਨ ਨੰਬਰ 66 ਦੇਖਦੇ ਹਾਂ। 1621 ਵਿੱਚ ਜਹਾਂਗੀਰ ਨੇ ਦੱਖਣੀ ਅਭਿਆਨ ਨੂੰ ਸਮਾਪਤ ਕਰ ਦਿੱਤਾ ਜੀ। ਜਿਹੜਾ ਦੱਖਣ ਦੇ ਵਿੱਚ ਉਹ ਜਿਹੜੇ ਆਪਣੇ ਜਿੱਤਣ ਦਾ ਜਿਹੜਾ ਉਸਨੇ ਕੰਮ ਸ਼ੁਰੂ ਕੀਤਾ ਹੋਇਆ ਉਸਨੇ ਖਤਮ ਕਰ ਦਿੱਤਾ। ਕਿਉਂ? ਕਿਉਂਕਿ ਸ਼ਾਹਜਹਾਂ ਨੇ ਵਿਦਰੋਹ ਕਰ ਦਿੱਤਾ ਸੀ ਜੀ। ਸ਼ਾਹਜਹਾਂ ਨੇ ਵਿਦਰੋਹ ਕਰ ਦਿੱਤਾ ਸੀ ਤੇ ਵਿਦਰੋਹ ਕਰਨ ਦਾ ਜਿਹੜਾ ਕੀਤਾ ਤਾਂ ਜਿਹੜਾ ਜਹਾਂਗੀਰ ਦਾ ਉਸਦਾ ਜਿਹੜਾ ਇੱਕ ਮਹਾਨ ਪੁੱਤਰ ਇਹੀ ਸੀ ਜਾਂ ਇੱਕ ਕਾਬਲ ਸੀ, ਜਿਸ ਕਰਕੇ ਉਹ ਆਪਣੇ ਜਿੱਤਾਂ
ਨੂੰ ਯਕੀਨੀ ਬਣਾਉਂਦਾ ਸੀ। ਹੁਣ ਉਸ ਦਾ ਕੋਈ ਕਾਬਲ ਜਿਹੜਾ ਸੈਨਾਪਤੀ ਨਹੀਂ ਰਿਹਾ, ਇਸ ਕਰਕੇ ਉਸ ਦਾ ਜਿਹੜਾ ਕੁਝ ਸ਼ਕਤੀ ਹੈ ਜੀ ਉਸ ਵਿਦਰੋਹ ਨੂੰ ਦਬਾਉਣ ਦੇ ਵਿੱਚ ਲੱਗ ਗਈ, ਇਸ ਕਰਕੇ ਉਸਨੇ ਦੱਖਣੀ ਜਿਹੜਾ ਅਭਿਆਨ ਆ ਉਹ ਸਮਾਪਤ ਕਰ ਦਿੱਤੇ ਜੀ। ਕੁਐਸਚਨ ਨੰਬਰ 67 ਦੇਖਦੇ ਹਾਂ, ਜਹਾਂਗੀਰ ਦੇ ਦੱਖਣੀ ਅਭਿਆਨ ਵਿੱਚ ਸਭ ਤੋਂ ਵੱਡੀ ਰੋਕ, ਜਿਹੜੀ ਦੱਖਣੀ ਅਭਿਆਨ ਵਿੱਚ ਸਭ ਤੋਂ ਵੱਡੀ ਰੋਕ ਕਿਹੜੀ ਸੀ ਜੀ? ਸਭ ਤੋਂ ਵੱਡੀ ਰੋਕ ਦੀ ਗੱਲ ਕਰੀਏ ਤਾਂ ਜਿਹੜਾ ਇੱਕ ਅਹਿਮਦਨਗਰ ਦਾ ਯੋਗ ਸ਼ਾਸਕ ਸੀ, ਕੀ ਨਾਂ ਸੀ? ਮਲਕ ਅੰਬਰ। ਤਾਂ ਇੱਥੇ ਕੁਐਸਚਨ ਬਣ ਸਕਦਾ ਵੀ ਜਿਹੜਾ ਮਲਕ ਅੰਬਰ ਕਿੱਥੋਂ ਦਾ ਸ਼ਾਸਕ ਸੀ? ਅਹਿਮਦਨਗਰ ਦਾ ਜੀ। ਕਿਹੜੀ ਯੁੱਧ ਨੀਤੀ ਨਾਲ ਲੜਦਾ ਸੀ ਇਹ? ਕਿਹੜੀ ਯੁੱਧ ਨੀਤੀ ਨਾਲ ਲੜਦਾ ਸੀ? ਉਹ ਗੁਰੀਲਾ ਯੁੱਧ ਪ੍ਰਣਾਲੀ ਨਾਲ ਜੀ, ਜਿਸ ਦੀ ਜਿਹੜੀ ਵਰਤੋਂ ਅੱਗੇ ਜਾ ਕੇ ਆਪਾਂ ਸਿੱਖਾਂ ਦੇ ਵਿੱਚ ਪੜਾਂਗੇ ਜੀ। ਗੁਰੀਲਾ ਯੁੱਧ ਪ੍ਰਣਾਲੀ ਦੀ ਜਿਹੜੀ ਵਰਤੋਂ ਆ, ਮਲਕ ਅੰਬਰ ਕਿੱਥੋਂ ਸ਼ਾਸਕ ਸੀ? ਅਹਿਮਦਨਗਰ ਦਾ। ਦੇਖੋ 3 ਕੁਐਸਚਨ ਬਣਦੇ ਜੀ। ਤੇ ਉਸਨੇ ਆਪਣੀ ਸੈਨਾ ਵਿੱਚ ਮਰਾਠਿਆਂ ਨੂੰ ਵੀ ਭਰਤੀ ਕੀਤਾ ਹੋਇਆ ਸੀ, ਯਾਦ ਰੱਖ ਸਕਦੇ ਜੀ। ਜਹਾਂਗੀਰ ਦੀਆਂ ਜਿੱਤਾਂ ਜਿਹੜੀਆਂ ਕੁਝ ਇੰਪੋਰਟੈਂਟ, ਠੀਕ ਹੈ ਨਾ, ਜਿਹੜੀਆਂ ਜਹਾਂਗੀਰ ਦੀਆਂ ਕੁਝ ਇੰਪੋਰਟੈਂਟ ਜਿੱਤਾਂ ਜਿਹੜੀਆਂ ਆਪਾਂ ਇੱਥੇ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ 1611 ਦੇ ਵਿੱਚ ਖਰਦਾ ਦੀ ਜਿੱਤ। 1611 ਦੇ ਵਿੱਚ ਕਿਹੜੀ ਜਿੱਤ ਆ? ਖਰਦਾ ਦੀ ਜਿੱਤ। 1615 ਦੇ ਵਿੱਚ ਖੋਖਰ ਦੀ ਜਿੱਤ ਤੇ 1620 ਦੇ ਵਿੱਚ ਕਸ਼ਮੀਰ ਕਿਸ਼ਤਵਾੜ ਦੀ ਜਿੱਤ। 1620 ਦੇ ਵਿੱਚ ਕਿਹੜੀ ਆ? ਕਸ਼ਮੀਰ ਦੇ ਕਿਸ਼ਤਵਾੜ। ਤੇ 1620 ਦੇ ਵਿੱਚ ਹੀ ਅੱਗੇ ਜਾ ਕੇ ਕਾਂਗੜਾ ਦੀ ਜਿੱਤ ਜਿਹੜੀ ਮੋਸਟ ਇੰਪੋਰਟੈਂਟ ਆ, ਜਿਹੜੀ ਕਾਂਗੜਾ ਪੁੱਛੀ ਜਾ ਸਕਦੀ ਹੈ। ਜਿਹੜਾ ਜਹਾਂਗੀਰ ਨੇ ਕਾਂਗੜਾ ਕਦੋਂ ਜਿੱਤਿਆ? 1600 ਕਦੋਂ ਜਿੱਤਿਆ ਜੀ? 1620 ਦੇ ਵਿੱਚ ਜੀ ਕਾਂਗੜਾ, ਠੀਕ ਆ। ਕਸ਼ਮੀਰ ਕਿਸ਼ਤਵਾੜ ਵੀ 1620 ਦੇ ਵਿੱਚ ਹੈ ਜੀ। ਕੁਐਸਚਨ ਨੰਬਰ 69 ਦੇਖਦੇ ਹਾਂ, ਨਿਸਾਰ ਨਾਮੀ ਸਿੱਕੇ ਦੀ ਜਿਹੜੀ ਪ੍ਰਚਲਿਤ ਕਿਸ ਨੇ ਕੀਤਾ? ਨਿਸਾਰ ਸਿੱਕਾ ਮੋਸਟ ਇੰਪੋਰਟੈਂਟ ਕਹਿ ਸਕਦੇ ਹਾਂ ਜੀ, ਜਿਹੜਾ ਜਹਾਂਗੀਰ ਨੇ ਚਲਾਇਆ ਸੀ। ਨਿਸਾਰ ਨਾਮੀ ਸਿੱਕਾ ਜਿਹੜਾ ਚਲਾਇਆ ਸੀ ਜਹਾਂਗੀਰ ਦੁਆਰਾ ਚਲਾਇਆ ਗਿਆ ਸੀ ਜੀ। ਕੁਐਸਚਨ ਨੰਬਰ 70 ਦੇਖਦੇ ਹਾਂ, ਜਹਾਂਗੀਰ ਨੇ ਅਬੁਲ ਫਜ਼ਲ ਦੀ ਹੱਤਿਆ ਕਰਵਾਈ ਜੀ। ਦੇਖੋ ਹੁਣ ਤੁਸੀਂ ਕਹੋਗੇ ਅਬੁਲ ਫਜ਼ਲ ਦੀ ਹੱਤਿਆ ਤਾਂ ਵੀਰ ਸਿੰਘ ਵਦੇਲਾ ਨੇ ਕੀਤੀ ਆ। ਵੀਰ ਸਿੰਘ ਵਦੇਲਾ ਨੇ ਹੱਤਿਆ ਕੀਤੀ ਆ, ਪਰ ਉਹ ਹੱਤਿਆ ਕਿਸ ਤਰ੍ਹਾਂ ਕਰਵਾਈ, ਕਿਸ ਦੁਆਰਾ ਕੀਤੀ ਗਈ ਜੀ? ਜਹਾਂਗੀਰ ਦੇ ਆਦੇਸ਼ਾਂ ਤੇ ਜੀ। ਅਬੁਲ ਫਜ਼ਲ ਬਾਰੇ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਜੀ। ਬੇਸ਼ੱਕ ਤੁਹਾਨੂੰ 9 ਰਤਨ ਜਿਹੜੇ ਉਹ ਵੱਖਰੇ ਆਪਾਂ ਇੱਕ ਦਿਨ ਉਹਨਾਂ ਤੇ ਵੀਡੀਓ ਬਣਾ ਕੇ ਪੜਾਵਾਂਗੇ ਜੀ। ਕੁਐਸਚਨ ਨੰਬਰ 71 ਦੇਖਦੇ ਹਾਂ, ਕਸ਼ਮੀਰ ਤੋਂ ਵਾਪਸ ਆਉਂਦੇ ਸਮੇਂ ਜਿਹੜਾ ਰਜੌਰੀ ਦੇ ਕੋਲ ਜਿਹੜਾ ਜਹਾਂਗੀਰ ਦੀ ਮੌਤ ਬਾਰੇ ਗੱਲ ਕਰਦੇ ਹਾਂ। 71 ਦੇ ਵਿੱਚ ਕਸ਼ਮੀਰ ਗਏ ਸੀ। ਕਸ਼ਮੀਰ ਤੋਂ ਵਾਪਸ ਆਉਂਦੇ ਸਮੇਂ ਰਜੌਰੀ ਨਾਮੀ ਸਥਾਨ ਤੇ ਦਮੇ ਦਾ ਦੌਰਾ ਪੈਣ ਕਾਰਨ ਜਿਹੜੀ ਇਸ ਦੀ ਮੌਤ ਹੋਈ ਸੀ ਜੀ। ਦਮੇ ਦਾ ਦੌਰਾ ਪੈਣ ਕਾਰਨ ਜਿਹੜੀ ਇਸ ਦੀ ਮੌਤ ਹੋਈ ਸੀ, ਕਿੱਥੇ ਹੋਈ ਸੀਗੀ? ਉਹ ਸਥਾਨ ਸੀ ਭੀਮਵਾਰ, ਜਿਹੜੀ ਨਵੰਬਰ 1627 ਨੂੰ ਮੌਤ ਹੋਈ ਸੀ। ਕਿੱਥੇ ਹੋਈ ਸੀ? ਭੀਮਵਾਰ ਨਾਮੀ ਸਥਾਨ 'ਚ ਕੋਈ ਉੱਥੇ ਹੋਈ ਸੀ ਜੀ। ਤਾਂ ਉਸ ਤੋਂ ਬਾਅਦ ਜਿਹੜਾ ਦਫਨਾਇਆ ਗਿਆ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਸਾਹਦਰਾ, ਸਾਹਦਰਾ ਕਿੱਥੇ ਜੀ? ਲਾਹੌਰ ਦੇ ਵਿੱਚ ਪੈਂਦਾ ਜੀ। ਸਾਹਦਰਾ ਲਾਹੌਰ ਦੇ ਵਿੱਚ ਜੀ, ਰਾਵੀ ਨਦੀ ਦੇ ਕੰਢੇ ਤੇ ਆ, ਤੇ ਇੱਥੇ ਇਸ ਨੂੰ ਦਫਨਾਇਆ ਗਿਆ ਸੀ, ਤੇ ਇੱਥੇ ਹੀ ਇਸ ਦਾ ਮਕਬਰਾ ਗਾ, ਠੀਕ ਹੈ ਨਾ। ਪਿੱਛੇ ਆਪਾਂ ਜਿਹੜੇ ਬਾਕੀ ਸ਼ਾਸਕਾਂ ਦੇ ਤਿੰਨਾਂ ਦੇ ਮਕਬਰੇ ਕਰ ਚੁੱਕੇ ਹਾਂ। ਸਭ ਤੋਂ ਪਹਿਲਾਂ ਬਾਬਰ ਕਾਬਲ, ਨੰਬਰ 2 ਤੇ ਹਿਮਾਯੂ ਦਿੱਲੀ, ਅਕਬਰ ਸਿਕੰਦਰਾ, ਤੇ ਜਿਹੜਾ ਜਹਾਂਗੀਰ ਦਾ ਮਕਬਰਾ ਕਿੱਥੇ ਆ ਜੀ? ਇਹ ਹੈਗਾ ਜੀ ਆਪਣਾ ਲਾਹੌਰ। ਜਹਾਂਗੀਰ ਆਪਾਂ ਕਹਿੰਦੇ ਜੰਗੀਰ ਲਿਆਓ ਲਾਹੌਰ, ਠੀਕ ਹੈ। ਤਾਂ ਇਸ ਕਰਕੇ ਜਿਹੜਾ ਇਸ ਦਾ ਮਕਬਰਾ ਕਿੱਥੇ ਬਣਾਇਆ ਸੀ? ਸਾਹਦਰਾ ਲਾਹੌਰ ਦੇ ਵਿੱਚ ਬਣਾਇਆ ਹੋਇਆ ਜੀ। ਇੱਥੇ ਇਸ ਨੂੰ ਦਫਨਾਇਆ ਗਿਆ ਸੀ ਜੀ, ਠੀਕ ਹੈ ਨਾ। ਯਾਦ ਰੱਖਣ ਵਾਲੀ ਗੱਲ ਹੈ ਜੀ, ਸਾਹਦਰਾ ਦੇ ਵਿੱਚ। ਤੇ ਜਹਾਂਗੀਰ ਨੇ ਸ਼੍ਰੀਕਾਂਤ ਨਾਮਕ ਇੱਕ ਹਿੰਦੂ ਸੀ, ਉਸ ਨੂੰ ਹਿੰਦੂਆਂ ਦਾ ਜੱਜ ਨਿਯੁਕਤ ਕੀਤਾ ਹੋਇਆ ਸੀ ਜੀ। ਸ਼੍ਰੀਕਾਂਤ ਨਾਮਕ ਹਿੰਦੂ ਨੂੰ ਕਿਸ ਦਾ ਜੱਜ ਕੀਤਾ ਹੋਇਆ ਸੀ ਜੀ? ਹਿੰਦੂਆਂ ਦਾ ਇੱਕ ਜੱਜ ਨਿਯੁਕਤ ਕੀਤਾ ਹੋਇਆ ਸੀ, ਪੁੱਛਿਆ ਜਾ ਸਕਦਾ ਜੀ। ਕੁਐਸਚਨ ਨੰਬਰ 74 'ਚ ਦੇਖਦੇ ਹਾਂ, ਜਿਹੜੇ ਚਿੱਤਰਕਾਰ ਸੀ ਇਸ ਸਮੇਂ ਦੇ, ਜਿਹੜੇ ਜਹਾਂਗੀਰ ਦੇ ਚਿੱਤਰਕਾਰ ਕਿਹੜੇ ਸੀ? ਬਿਸ਼ਨ ਦਾਸ ਜੀ, ਮੋਸਟ ਇੰਪੋਰਟੈਂਟ ਯਾਦ ਰੱਖਣੀ ਗੱਲ ਆ। ਫਰੂਖ ਵੇਗ, ਇੱਕ ਹੀ ਇਹਦੇ ਨਾਲ ਕੌਮਾ ਨਹੀਂ ਹੈਗਾ। ਫਰੂਖ ਵੇਗ, ਦੌਲਤ, ਮਨੋਹਰ, ਮੋਸਟ ਇੰਪੋਰਟੈਂਟ कहते हैं मनोहर, मंसूर, अबुल हसन, ये सारे ਜਿਹੜੇ ਨੇ ਜੀ ਆਪਣੇ ਜਹਾਂਗੀਰ ਦੇ ਚਿੱਤਰਕਾਰ ਨੇ ਜੀ। ਇੱਥੇ ਜਿਹੜੇ 2 ਚਿੱਤਰਕਾਰ ਨੇ ਉਹ ਕਾਫੀ ਜ਼ਿਆਦਾ ਫੇਮਸ ਨੇ, ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ। ਉਸਤਾਦ ਮਸੂਰ, ਇਸ ਨੂੰ ਇੱਕ ਉਪਾਧੀ ਦਿੱਤੀ ਹੋਈ ਸੀ ਜੀ। ਉਪਾਧੀ ਯਾਦ ਰੱਖ ਸਕਦੇ ਹੋ, ਜਿਹੜੀ ਨਾਦਰ ਉਲ ਅਸਰ, ਇੱਥੇ ਦੇਖੋ ਮਿਟਿਆ ਹੋਇਆ ਥੋੜਾ ਜੀ, ਸਹੀ ਨੇ, ਅਸਰ, ਆੜਾ ਸਸਾਰਾ ਅਸਰ, ਠੀਕ ਹੈ ਨਾ ਜੀ। ਯਾਦ ਰੱਖਿਓ ਜੀ, ਕਿਹੜੀ ਉਪਾਧੀ ਹੋਈ ਆ ਉਸਤਾਦ ਮਸੂਰ ਨੂੰ? ਨਾਦਰ ਉਲ ਅਸਰ। ਇਹ ਜਿਹੜਾ ਤਸਵੀਰਾਂ ਬਣਾਉਣ ਦੇ ਵਿੱਚ ਜ਼ਿਆਦਾ ਜਿਹੜਾ ਫੇਮਸ ਸੀ, ਪੰਛੀਆਂ ਦੇ ਜਿਹੜੇ ਚਿੱਤਰ ਬਣਾਉਂਦਾ ਸੀ ਜੀ ਜ਼ਿਆਦਾਤਰ, ਠੀਕ ਹੈ ਨਾ। ਅੱਗੇ ਹੈਗਾ ਅਬੁਲ ਹਸਨ, ਅਬੁਲ ਫਜ਼ਲ ਨਹੀਂ, ਅਬੁਲ ਹਸਨ, ਇਹਨੂੰ ਉਪਾਧੀ ਮਿਲੀ ਸੀ ਨਾਦਰ ਉਲ ਜਮਾ ਦੀ ਜੀ। ਮੂਰੇ ਉਹੀ ਅਸੀਂ ਪਿੱਛੇ ਜਮਾ, ਠੀਕ ਹੈ, ਯਾਦ ਰੱਖਿਓ। ਦੋਨੇ ਉਪਾਧੀਆਂ ਮੋਸਟ ਇੰਪੋਰਟੈਂਟ ਨੇ। ਵਿਅਕਤੀ, ਇਹ ਕੀ ਕਰਦਾ ਸੀ? ਵਿਅਕਤੀਆਂ ਦੇ ਚਿੱਤਰ ਜਿਹੜੇ ਬਣਾਉਂਦਾ ਹੁੰਦਾ ਸੀ ਜੀ, ਜ਼ਿਆਦਾ ਉਹ ਸੀਗਾ।
ਜਹਾਂਗੀਰ ਦੇ ਦਰਬਾਰ 'ਚ ਜਿਹੜਾ ਵਿਲੀਅਮ ਹੌਕਿੰਸ ਆਇਆ ਆਪਾਂ ਕਰ ਚੁੱਕੇ ਹਾਂ, ਉਸਨੂੰ ਇੰਗਲਿਸ਼ ਖਾਂ ਦੀ ਉਪਾਧੀ ਮਿਲੀ ਹੋਈ ਸੀ, ਯਾਦ ਰੱਖਿਓ ਜੀ, ਇੰਗਲਿਸ਼ ਖਾਂ ਦੀ ਉਪਾਧੀ ਦਿੱਤੀ ਸੀ ਜਹਾਂਗੀਰ ਨੇ ਜੀ। ਸਰ ਥਾਮਸ ਰੋ ਜਹਾਂਗੀਰ ਨੂੰ ਮਿਲਿਆ ਸੀ ਜੀ, ਕਿੱਥੇ ਮਿਲਿਆ ਸੀ ਜੀ? ਅਜਮੇਰ ਦੇ ਵਿੱਚ ਜੀ, ਅਜਮੇਰ। ਉਹ ਕਹਿੰਦਾ ਵੀ ਆਓ ਅਜਮੇਰ, ਸਰ ਥਾਮਸ ਅਜਮੇਰ। ਤਾਂ ਯਾਦ ਰੱਖੋ ਜਿਹੜਾ ਸਰ ਥਾਮਸ ਰੋ ਆ ਉਹ ਇਸ ਨੂੰ ਅਜਮੇਰ ਦੇ ਵਿੱਚ ਮਿਲਿਆ ਸੀ। ਜਿਹੜਾ ਵਿਲੀਅਮ ਹੌਕਿੰਸ ਆ ਉਹ ਕਿੱਥੋਂ ਮਿਲੂਗਾ? ਉਹ ਇਸ ਨੂੰ ਮਿਲੂਗਾ ਆਗਰੇ ਦੇ ਵਿੱਚ ਜੀ। ਹਾਂ, ਜਿਹੜਾ ਸਰ ਥਾਮਸ ਰੋ ਆ ਉਹ ਕਿੱਥੇ ਮਿਲਿਆ ਸੀ ਜਹਾਂਗੀਰ ਨੂੰ? ਅਜਮੇਰ ਦੇ ਵਿੱਚ ਜੀ। ਕੁਐਸਚਨ ਨੰਬਰ 78 ਦੇਖਦੇ ਹਾਂ। 1615 ਦੇ ਵਿੱਚ ਲਾਹੌਰ ਵਿੱਚ ਅਨਾਰਕਲੀ ਦੀ ਕਬਰ ਵੀ ਬਣਾਈ ਗਈ ਸੀ ਹਿੰਦੂ ਦੁਆਰਾ, ਠੀਕ ਆ। ਅਨਾਰਕਲੀ ਜਿਹੜੀ ਸੀ ਇਸ ਦੀ ਪ੍ਰੇਮਿਕਾ ਸੀ, ਉਸ ਦੀ ਯਾਦ ਵਿੱਚ ਲਾਹੌਰ ਦੇ ਵਿੱਚ ਇੱਕ ਜਿਹੜੀ ਇਸ ਨੇ ਜਿਹੜੀ ਆਪਣੀ ਬਣਾਈ ਹੋਈ ਹੈ ਜੀ, ਆਪਣੀ ਕਬਰ ਕਹਿ ਸਕਦੇ ਹਾਂ ਜੀ। ਕੁਐਸਚਨ ਨੰਬਰ 79 ਦੇ ਵਿੱਚ ਦੇਖਦੇ ਹਾਂ ਜੀ, ਉਹ ਡੱਚ ਜਿਸ ਨੇ ਜਹਾਂਗੀਰ ਦੇ ਸ਼ਾਸਨ ਦਾ ਜਿਹੜਾ ਵਰਣਨ ਕੀਤਾ ਸੀ, ਇੱਕ ਵਧੀਆ ਵਿਧੀਪੂਰਵਕ ਹੈਗਾ ਸੀ, ਫਰਾਂਸਕੋ ਪੇਲਸਾਰਟ ਜੀ। ਫਰਾਂਸਕੋ ਪੇਲਸਾਰਟ ਜੀ, ਯਾਦ ਰੱਖਦੇ ਹੋ ਡੱਚ ਕਿਹੜਾ ਸੀ? ਉਹ ਫਰਾਂਸਕੋ ਪੇਲਸਾਰਟ, ਜਿਸ ਨੇ ਜਹਾਂਗੀਰ ਦੇ ਇਤਿਹਾਸ ਦਾ ਜਿਹੜਾ ਵਰਣਨ ਕੀਤਾ ਸੀਗਾ ਵਿਧੀਪੂਰਵਕ ਦੀ। ਜਹਾਂਗੀਰ ਨੇ ਆਪਣੀ ਆਤਮ ਕਥਾ ਲਿਖੀ ਸੀ, ਆਪਾਂ ਗੱਲ ਕਰ ਚੁੱਕੇ ਹਾਂ ਜੀ, ਫਾਰਸੀ ਦੇ ਵਿੱਚ ਕੀਤੀ ਸੀ। ਪਰ ਇੱਥੇ ਇੱਕ ਗੱਲ ਹੋਰ ਵੀ ਯਾਦ ਰੱਖੋ, ਜਿਹੜੀ ਆਤਮ ਕਥਾ ਜਹਾਂਗੀਰੀ ਤੁਝ ਕੇ ਜਹਾਂਗੀਰੀ, ਇਸ ਨੂੰ ਪੂਰਾ ਕਰਨ ਦਾ ਜਿਹੜਾ ਕੰਮ ਕਿਸ ਨੂੰ ਜਾਂਦਾ? ਸਿਹਰਾ ਕਿਸ ਨੂੰ ਜਾਂਦਾ ਜੀ, ਠੀਕ ਆ। ਕਿਉਂਕਿ ਮੰਨਿਆ ਜਾਂਦਾ ਕਿ ਅਧੂਰੀ ਰਹਿ ਗਈ ਸੀ, ਇਹ ਅਧੂਰੀ ਰਹਿ ਗਈ ਸੀ, ਇਸ ਨੂੰ ਪੂਰਾ ਕੰਮ ਦਾ ਕਰਨ ਦਾ ਜਿਹਨੂੰ ਜਾਂਦਾ ਗਾ ਸਿਹਰਾ ਕਿਹਨੂੰ ਜਾਂਦਾ? ਮੋਤਵਿੰਦ ਖਾਂ। ਇੱਕ ਤਾਂ ਹੈਗਾ ਜੀ ਮੋਤਵਿੰਦ ਖਾਂ ਤੇ ਇੱਕ ਮੁਹੰਮਦ ਹਾਦੀ, ਇਹਨਾਂ ਨੇ ਇਸ ਨੂੰ ਪੂਰਾ ਕਰਨ ਦਾ ਜਿਹੜਾ ਕੰਮ ਕੀਤਾ ਸੀ ਤੁਝ ਕੇ ਜਹਾਂਗੀਰੀ ਨੂੰ, ਜੋ ਕਿ ਜਹਾਂਗੀਰ ਦੀ ਇੱਕ ਆਤਮ ਕਥਾ ਸੀ। ਕੈਪਟਨ ਹੌਕਿੰਸ ਜਿਹੜਾ ਬੰਦਰਗਾਹ ਤੇ ਉਤਰਿਆ ਸੀ ਜੀ, ਕਿਹੜੀ ਬੰਦਰਗਾਹ ਤੇ ਉਤਰਿਆ ਸੀ? ਸੂਰਤ, ਗੁਜਰਾਤ। ਆਪਾਂ ਤੁਹਾਨੂੰ ਕਰਵਾਇਆ ਸੀ ਬਾਬਲ ਮੱਕਾ ਤੇ ਇਸ ਨੂੰ ਕਿਹਾ ਜਾਂਦਾ ਸੂਰਤ ਬੰਦਰਗਾਹ ਜੀ। ਹਾਂਜੀ, ਤਾਂ ਜਿਹੜੇ ਆਮ ਤੌਰ ਤੇ ਜਿਹੜੀ ਪ੍ਰਸਿੱਧ ਬੰਦਰਗਾਹ ਇਹ ਸੀ, ਤਾਂ ਕੈਪਟਨ ਹੌਕਿੰਸ ਵੀ ਅੱਜ ਇੱਥੇ ਉਤਰਿਆ ਸੀ, ਜਾਂ ਥਾਮਸ ਰੋ ਠੀਕ ਆ, ਉਹ ਵੀ ਇੱਥੇ ਉਤਰਿਆ ਸੀਗਾ। ਤਾਂ ਅਗਲਾ ਨੰਬਰ ਕੁਐਸਚਨ ਨੰਬਰ 82 ਆ, ਕੈਪਟਨ ਹੌਕਿੰਸ ਜਹਾਂਗੀਰ ਨੂੰ ਮਿਲਿਆ ਸੀ ਜੀ, ਕਿੱਥੇ ਮਿਲਿਆ ਸੀ ਜੀ? ਇਹ ਮਿਲਿਆ ਸੀ ਜੀ ਆਗਰੇ ਦੇ ਵਿੱਚ ਜੀ। ਥਾਮਸ ਰੋ ਪਿੱਛੇ ਪੜ੍ਹਿਆ ਆਪਾਂ, ਕਿੱਥੇ ਮਿਲਿਆ ਸੀਗਾ? ਅਜਮੇਰ ਦੇ ਵਿੱਚ ਜੀ। ਇਹ ਕਿੱਥੇ ਮਿਲਿਆ ਸੀਗਾ? ਆਗਰੇ ਦੇ ਵਿੱਚ ਜੀ। ਤਾਂ ਜਿਹੜਾ ਇਸਨੇ ਕਿਹੜੀ ਭਾਸ਼ਾ ਦੇ ਵਿੱਚ ਗੱਲਬਾਤ ਕੀਤੀ ਆ? ਕਿਉਂਕਿ ਉਹਨੂੰ ਜਹਾਂਗੀਰ ਅੰਗਰੇਜ਼ੀ ਤਾਂ ਜਾਣਦਾ ਨਹੀਂ ਸੀ, ਤਾਂ ਉਸ ਨਾਲ ਕਿਹੜੀ ਭਾਸ਼ਾ 'ਚ ਗੱਲ ਕੀਤੀ ਆ? ਫਾਰਸੀ ਦੇ ਵਿੱਚ ਗੱਲ ਕੀਤੀ ਹੈ ਜੀ, ਫਾਰਸੀ ਦੇ ਵਿੱਚ ਜ਼ਿਆਦਾਤਰ, ਠੀਕ ਹੈ ਨਾ। ਇੱਥੇ ਆਪਾਂ ਜਿਹੜਾ ਵਾਰਤਾਲਾਪ ਇਹਨਾਂ ਦਾ ਫਾਰਸੀ ਵਿੱਚ ਹੋਇਆ ਜੀ। ਹਾਂਜੀ, ਥੋੜੀ ਰਹਿ ਗਈ ਵੀਡੀਓ, ਕੋਈ ਗੱਲ ਨਹੀਂ। ਕੁਐਸਚਨ ਨੰਬਰ 83, ਜਹਾਂਗੀਰ ਦੇ ਸੰਗੀਤਕਾਰ, ਜਿਹੜੇ ਜਹਾਂਗੀਰ ਦੇ ਸੰਗੀਤਕਾਰ ਕਿਹੜੇ ਸੀ ਜੀ? ਕਿਹੜੇ ਸੀ ਜੀ? ਕੁਐਸਚਨ ਨੰਬਰ 83 ਦੇਖਦੇ ਹਾਂ, ਜਹਾਂਗੀਰ ਦੇ ਸੰਗੀਤਕਾਰ, ਜਿਹੜੇ ਜਹਾਂਗੀਰ ਦੇ ਸੰਗੀਤਕਾਰ ਕਿਹੜੇ ਸੀਗੇ? ਵਿਲਾਸ ਖਾਂ, ਸਤਰ ਖਾਂ ਤੇ ਸੌਂਕੀ ਜੀ। ਕਿਹੜੇ ਸੀਗੇ? ਵਿਲਾਸ ਖਾਂ, ਸਤਰ ਖਾਂ ਤੇ ਸੌਂਕੀ ਜੀ। ਕੁਐਸਚਨ ਨੰਬਰ 84 ਦੇਖਦੇ ਹਾਂ, ਜਹਾਂਗੀਰ ਦੇ ਸਮੇਂ ਦਾ ਸ੍ਰੇਸ਼ਟ ਕਵੀ ਕੌਣ ਸੀ ਜੀ? ਜਹਾਂਗੀਰ ਦੇ ਸਮੇਂ ਦਾ ਸ੍ਰੇਸ਼ਟ ਕਵੀ ਹੈਗਾ ਜੀ ਕੇਸਵ ਦਾਸ ਜੀ। ਕੌਣ ਸੀਗਾ? ਕੇਸਵ ਦਾਸ। ਕੱਕੇ ਦੇ ਕਵੀ, ਕੱਕੇ ਤੇ ਕੇਸਵ, ਇਸ ਤਰ੍ਹਾਂ ਵੀ ਯਾਦ ਰੱਖ ਸਕਦੇ ਹੋ ਤੁਸੀਂ, ਤਾਂ ਕੋਈ ਵੀ ਚੀਜ਼ ਟ੍ਰਿਕ ਵਾਈਜ਼ ਵੀ ਪਕੜ ਸਕਦੇ ਹੋ ਜੀ। ਕੁਐਸਚਨ ਨੰਬਰ 85 ਦੇ ਜਹਾਂਗੀਰ ਨੇ ਫਾਰਸ ਦੇ ਸ਼ਾਹ ਦਾ ਚਿੱਤਰ ਬਣਾਉਣ ਲਈ ਆਪਣੇ ਕਿਹੜੇ ਪ੍ਰਸਿੱਧ ਚਿੱਤਰਕਾਰ ਨੂੰ ਭੇਜਿਆ ਸੀ ਜੀ? ਜਿਹੜਾ ਫਾਰਸ ਦਾ ਸ਼ਾਹ ਸੀ ਉਸ ਦਾ ਜਿਹੜਾ ਚਿੱਤਰ ਬਣਾਉਣ ਲਈ ਆਪਣੇ ਕਿਹੜੇ ਪ੍ਰਸਿੱਧ ਚਿੱਤਰਕਾਰ ਨੂੰ ਭੇਜਿਆ ਸੀ? ਵਿਸ਼ਨ ਦਾਸ ਜੀ। ਕਿਹਨੂੰ ਭੇਜਿਆ ਸੀਗਾ? ਵਿਸ਼ਨ ਦਾਸ ਨੂੰ ਜੀ। ਤਾਂ ਯਾਦ ਰੱਖ ਸਕਦੇ ਹੋ ਜੀ, ਵਿਸ਼ਨ ਦਾਸ। ਸ਼ਾਹ ਦਾ ਚਿੱਤਰਕਾਰ ਜਿਹੜਾ ਬਣਾਉਣ ਲਈ ਭੇਜਿਆ ਸੀ ਵਿਸ਼ਨ ਦਾਸ ਨੂੰ। ਕੁਐਸਚਨ ਨੰਬਰ 86 ਦੇਖਦੇ ਹਾਂ, ਜਹਾਂਗੀਰ ਨੇ ਕਿਸ ਦੀ ਅਗਵਾਈ ਵਿੱਚ ਚਿੱਤਰਸ਼ਾਲਾ ਬਣਾਈ ਸੀ? ਕਿਉਂਕਿ ਜਿਹੜਾ ਜਹਾਂਗੀਰ ਸੀ, ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਚਿੱਤਰਸ਼ਾਲਾ ਦਾ ਇੱਕ ਬੜਾ ਹੀ ਜਿਹੜਾ ਚਿੱਤਰਕਲਾ ਦਾ ਪ੍ਰਸਿੱਧ ਆਪਣਾ ਕਹਿੰਦੇ ਚਿੱਤਰਕਲਾ ਦੇ ਵਿੱਚ ਕਾਫੀ ਜਿਹੜੀ ਰੁਚੀ ਰੱਖਦਾ ਸੀ, ਉਸਨੇ ਇੱਕ ਚਿੱਤਰਸ਼ਾਲਾ ਬਣਾਈ ਸੀ। ਉਸ ਦਾ ਜਿਹੜਾ ਕਿਸ ਦੀ ਅਗਵਾਈ ਵਿੱਚ ਬਣਾਈ ਸੀ? ਆਕਾਰ ਰਿਜਾ ਦੀ ਇਕਾਈ ਦੇ ਵਿੱਚ। ਕਿਸ ਦੇ ਵਿੱਚ? ਆਕਾਰ ਰਿਜਾ ਦੀ ਅਗਵਾਈ ਦੇ ਵਿੱਚ ਹੀ। ਤਾਲਵ, ਕੁਐਸਚਨ ਨੰਬਰ 87 ਦੇਖੋ ਜੀ, ਤਾਲਵ ਅਮਲੀ ਸੀ ਜਹਾਂਗੀਰ ਦਾ ਰਾਜ ਕਵੀ। ਕੌਣ ਸੀਗਾ ਜੀ? ਜਹਾਂਗੀਰ ਦਾ ਰਾਜ ਕਵੀ ਜੀ, ਤਾਲਵ ਅਮਲੀ ਜਾਂ ਕਹਿ ਸਕਦੇ ਹਾਂ। ਕੁਐਸਚਨ ਨੰਬਰ ਲਾਸਟ ਦੇਖਦੇ ਹਾਂ ਜੀ 88, ਜਿਹੜੀ ਆਪਾਂ ਸਿੰਘ ਅਸਪਾ ਦੋ ਅਸਪਾ ਦੀ ਗੱਲ ਕਰਦੇ ਹਾਂ ਜੀ। ਕੁਐਸਚਨ ਨੰਬਰ 88, ਜੱਕ ਅਸਪਾ ਇਹ ਕੀ ਹੁੰਦਾ ਸੀ ਜੀ? ਇੱਕ ਘੋੜਾ ਤੇ ਇੱਕ ਆਦਮੀ ਦੀ ਜਿਹੜੀ ਆਪਾਂ ਕਹਿੰਦੇ ਵੀ ਸੈਨਾ ਦੀ ਗੱਲ ਕਰਦੇ ਹਾਂ, ਇੱਕ ਆਦਮੀ ਤੇ ਇੱਕ ਘੋੜਾ ਨੂੰ ਕਹਿੰਦੇ ਜੱਕ ਅਸਪਾ।
ਦੋ ਅਸਵਾ ਦੇ ਵਿੱਚ ਦੋ ਘੋੜੇ ਹੁੰਦੇ ਸੀ ਜੀ, ਇੱਕ ਆਦਮੀ, ਇੱਥੇ ਆਦਿ ਲਿਖਿਆ ਗਿਆ ਜੀ, ਸੌਰੀ ਆਦਮੀ, ਠੀਕ ਹੈ ਨਾ। ਤੇ ਜਿਹੜਾ ਸਿੰਘ ਅਸਪਾ ਸੀ ਉਸ ਦੇ ਵਿੱਚ 3 ਘੋੜੇ ਤੇ ਇੱਕ ਆਦਮੀ ਜੀ। ਸੋ ਜਿਹੜੇ ਅੱਜ ਦੇ ਜਿਹੜੇ ਆਪਣਾ ਜਹਾਂਗੀਰ ਟੌਪਿਕ ਦੇ ਮਹੱਤਵਪੂਰਨ ਫੈਕਟ ਆ ਜਿਹੜੇ ਆਪਾਂ ਤਕਰੀਬਨ ਜਿਹੜੇ ਕਰ ਚੁੱਕੇ ਹਾਂ। ਜਹਾਂਗੀਰ ਦੇ ਪ੍ਰਸ਼ਾਸਨ ਨਾਲ ਸੰਬੰਧਿਤ ਜਾਂ ਜਿਹੜੇ ਵੀ ਬਾਕੀ ਜਿਹੜੇ ਕੁਐਸਚਨ ਨੇ ਉਹ ਆਪਾਂ ਇੱਕ ਵੀਡੀਓ ਲਾਸਟ ਦੇ ਵਿੱਚ ਮੁਗਲ ਵੰਸ਼ 'ਤੇ ਬਣਾਵਾਂਗੇ, ਉਸ ਵਿੱਚ ਉਹਨੂੰ ਡਿਸਕਸ ਕਰਾਂਗੇ। ਜਿਹੜੇ ਅੱਜ ਦੇ 88 ਕੁਐਸਚਨ ਆਪਾਂ ਕੀਤੇ ਨੇ, ਇਹ ਤੁਸੀਂ ਸਿਰਫ 88 ਹੀ ਨਹੀਂ ਸਮਝਣੇ, ਇਹ ਘੱਟ ਤੋਂ ਘੱਟ 150 ਦੇ ਕੁਐਸਚਨ ਦੇ ਕਰੀਬ ਨੇ ਜੀ, ਕਿਉਂਕਿ ਇਹਨਾਂ ਨੂੰ ਕੁਐਸਚਨਾਂ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਉਸਦਾ ਆਨਸਰ ਤੇ ਉਸਦਾ ਪ੍ਰਸ਼ਨ ਦੋਨੇ ਚੈੱਕ ਕਰਿਆ ਕਰੋ ਜੀ। ਤਾਂ ਇਸ ਕਰਕੇ ਕੁਐਸਚਨ ਆ ਜਿਹੜੇ ਉਹ ਇੱਕ ਲਾਈਨ ਦੇ ਵਿੱਚੋਂ 3-3 4-4 ਕੁਐਸਚਨ ਆਪਣੇ ਬਣ ਰਹੇ ਨੇ ਜੀ। ਸੋ ਜਿਹੜਾ ਅੱਜ ਦਾ ਆਪਣਾ ਟੌਪਿਕ ਜਹਾਂਗੀਰ, ਜਿਸ ਦੇ ਆਪਾਂ ਮੇਨ ਫੈਕਟ ਪੇਪਰ ਪੱਖੋਂ ਮਹੱਤਵਪੂਰਨ ਪ੍ਰਸ਼ਨ ਨੇ ਉਹ ਸਾਰੇ ਆਪਾਂ ਕਵਰ ਕਰ ਚੁੱਕੇ ਹਾਂ ਜੀ। ਸੋ ਇਸ ਤੋਂ ਜਿਹੜਾ ਅਗਲਾ ਟੌਪਿਕ ਆਪਣਾ ਕਰਾਂਗੇ ਸ਼ਾਹਜਹਾਂ, ਠੀਕ ਆ। ਕੱਲ੍ਹ ਦਾ ਜਿਹੜਾ ਟੌਪਿਕ ਹੋਵੇਗਾ ਆਪਣਾ ਸ਼ਾਹਜਹਾਂ ਖੁਰਮ ਬਾਰੇ ਹੋਵੇਗਾ, ਜਿਹੜਾ ਕਿ ਮੁਗਲ ਵੰਸ਼ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਜੀ ਸ਼ਾਹਜਹਾਂ। ਸੋ ਅੱਜ ਲਈ ਸਿਰਫ ਇੰਨਾ ਹੀ। ਤੇ ਇੱਕ ਸਟੂਡੈਂਟਸ ਦੀ ਰਿਕੁਐਸਟ ਸੀ ਕਿ ਆਪਾਂ ਸੰਡੇ ਜਾਂ ਸੈਚਰਡੇ ਜਿੰਨਾ ਵੀ ਟੌਪਿਕ ਕਰਦੇ ਹਾਂ ਉਹਨਾਂ ਦੇ ਵਿੱਚੋਂ ਆਪਾਂ 5-7 ਕੁਐਸਚਨ ਜਿਹੜੇ ਉਹ ਵੀਡੀਓ ਦੇ ਵਿੱਚ ਆਪਣਾ ਲਿਆ ਕਰਾਂਗੇ, ਜਿਨ੍ਹਾਂ ਦੇ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦਿਆ ਕਰੋਗੇ ਜੀ। ਸੋ ਅੱਜ ਲਈ ਸਿਰਫ ਇਹਨਾਂ। ਸੋ ਕੱਲ੍ਹ ਕਰਦੇ ਹਾਂ ਸ਼ਾਹਜਹਾਂ। ਥੈਂਕ ਯੂ ਵੈਰੀ ਮਚ।